ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ ਦਾ ਡਾਕਟਰ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ। ਜ਼ਿੰਦਗੀ ਜਿਹੜੀ ਹੈ ਬਹੁਤ ਨਿੱਕੀ ਹੈ ਤੇ ਇਸ ਜ਼ਿੰਦਗੀ ਦੇ ਦੌਰਾਨ ਵੀ ਸਾਨੂੰ ਕਈ ਤਰੀਕੇ ਦੀਆਂ ਮੁਸੀਬਤਾਂ ਬਿਮਾਰੀ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲਦੀਆਂ ਤੇ ਕਿਹਾ ਜਾਂਦਾ ਹੈ ਕਿ ਡਾਕਟਰ ਦੂਸਰਾ ਰੱਬ ਹੁੰਦੇ ਨੇ ਜੋ ਇਹਨਾਂ ਮੁਸੀਬਤਾਂ ਤੋਂ ਤੁਹਾਨੂੰ ਬਚਾ ਕੇ ਨਵੀਂ ਜ਼ਿੰਦਗੀ ਬਖਸ਼ਦੇ ਨੇ। ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਨਿਊਰੋ ਸਰਜਨ ਡਾਕਟਰ ਬਿਕਰਮਜੀਤ ਸਿੰਘ। ਬਹੁਤ ਸਵਾਗਤ ਹੈ ਡਾਕਟਰ ਸਾਹਿਬ ਪ੍ਰੋਗਰਾਮ ਦੇ ਵਿੱਚ। ਥੈਂਕ ਯੂ। ਅੱਜ ਅਸੀਂ ਗੱਲ ਕਰਾਂਗੇ ਸ਼ਿਆਟਿਕਾ ਪੇਨ ਦੀ। ਕਈ ਲੋਕਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਦੀ ਕਮਰ ਤੋਂ ਲੱਤਾਂ ਦੇ ਵਿੱਚ ਦਰਦ ਜਾਂਦੀ ਹੈ ਔਰ ਉਹ ਕਾਫੀ ਪਰੇਸ਼ਾਨ ਕਰਦੀ ਹੈ। ਉਹ ਕੀ ਹੁੰਦੀ ਹੈ, ਉਸ ਦਾ ਇਲਾਜ ਕਿੰਨਾ ਸੰਭਵ ਹੈ ਜਾਂ ਨਹੀਂ ਹੈ, ਜਾਂ ਫਿਰ ਕਿਹੜੇ ਉਹ ਤਰੀਕੇ ਨੇ ਜਿਸ ਨਾਲ ਤੁਸੀਂ ਉਸ ਨੂੰ ਕੰਟਰੋਲ ਵਿੱਚ ਰੱਖ ਸਕਦੇ ਹੋ, ਸਾਰੀ ਗੱਲਬਾਤ ਕਰਾਂਗੇ। ਪਹਿਲਾ ਸਵਾਲ, ਸ਼ਿਆਟਿਕਾ ਨੂੰ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਕੀ ਕਿਹਾ ਜਾ ਸਕਦਾ ਹੈ? ਹਾਂਜੀ, ਸਿਆਟਿਕਾ ਜਿਹੜਾ ਹੈ ਆਮ ਲੋਕਾਂ ਦੀ ਭਾਸ਼ਾ 'ਚ ਵੀ ਜ਼ਿਆਦਾਤਰ ਸਿਆਟਿਕਾ ਹੀ ਯੂਜ਼ ਹੁੰਦਾ ਹੈ ਜੀ। ਸਿਆਟਿਕ ਇੱਕ ਨਰਵ ਹੁੰਦੀ ਹੈ ਜਿਹੜੀ ਲੱਤ ਦੇ ਬਾਹਰਲੇ ਪਾਸੇ ਨੂੰ ਸਪਲਾਈ ਕਰਦੀ ਹੈ ਤੇ ਪਾਵਰ ਦਿੰਦੀ ਹੈ ਪੈਰ ਨੂੰ ਉੱਪਰ ਚੱਕਣ 'ਚ। ਇਸ ਨਰਵ ਦੀ ਇਰੀਟੇਸ਼ਨ ਨਾਲ ਜਿਹੜਾ ਦਰਦ ਹੁੰਦਾ ਹੈ ਉਹਨੂੰ ਸਿਆਟਿਕਾ ਕਿਹਾ ਜਾਂਦਾ ਹੈ ਜੀ। ਅਗਰ ਆਪਾਂ ਬਹੁਤ ਦੇਸੀ ਲੈਂਗੁਏਜ ਚਲੇ ਜਾਂ ਇੰਟੀਰੀਅਰ ਪਿੰਡਾਂ ਜਿਹਨੂੰ ਰਿੰਗਣ ਦਾ ਦਰਦ ਵੀ ਕਹਿੰਦੇ ਹੈ, ਹਾਂ, ਜਾਂ ਕਮਰ ਦਾ ਦਰਦ ਹੋ ਗਿਆ ਜਾਂ ਲੱਤ ਦਾ ਦਰਦ ਹੋ ਗਿਆ, ਐਦਾਂ ਦੇ ਨਾਮ ਦਿੰਦੇ ਆ। ਜਾਂ ਗੋਡਿਆਂ ਦਾ ਦਰਦ ਵੀ ਕਹਿੰਦੇ ਆ, ਜਿਹੜੇ ਜ਼ਿਆਦਾ ਅਨਪੜ੍ਹ ਬੰਦੇ ਉਹਨਾਂ ਨੂੰ ਡਿਫਰੈਂਸ਼ੀਏਟ ਨਹੀਂ ਕਰਦੇ, ਉਹ ਗੋਡਿਆਂ ਦਾ ਦਰਦ ਵੀ ਕਹਿ ਦਿੰਦੇ ਆ। ਬਟ ਜ਼ਿਆਦਾਤਰ ਅੱਜ ਕੱਲ੍ਹ ਪੜ੍ਹੇ ਲਿਖੇ ਲੋਕ ਸਿਆਟਿਕਾ ਹੀ ਕਹਿੰਦੇ ਆ ਇਹਨੂੰ। ਠੀਕ ਹੈ। ਤੇ ਡਾਕਟਰ ਸਾਹਿਬ, ਇਹਦੇ ਸਿੰਪਟਮ ਕੀ ਹੁੰਦੇ? ਕਿੱਦਾਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਤੁਸੀਂ ਹੁਣ ਇਸ ਪੇਨ ਚੋਂ ਗੁਜ਼ਰ ਰਹੇ ਹੋ, ਇਸ ਬਿਮਾਰੀ ਚੋਂ ਗੁਜ਼ਰ ਰਹੇ ਹੋ? ਹਾਂਜੀ, ਇਹ ਬੜਾ ਵਧੀਆ ਸਵਾਲ ਹੈ। ਜਦੋਂ ਲੱਕ ਦਾ ਦਰਦ ਲੱਤ 'ਚ ਜਾਣ ਲੱਗ ਜੇ ਤਾਂ ਇਹਦਾ ਮਤਲਬ ਹੈ ਸਿਆਟਿਕਾ ਦੀ ਸ਼ੁਰੂਆਤ ਹੋ ਗਈ ਹੈ ਜੀ। ਹਾਂ, ਬਟ ਜੋ ਬਿਮਾਰੀ ਦੀ ਸ਼ੁਰੂਆਤ ਜਦੋਂ ਲੱਕ ਦਾ ਦਰਦ ਹੁੰਦਾ ਐਕਚੁਅਲੀ ਉਹਦੀ ਹੁੰਦੀ ਹੈ। ਜੇ ਬੇਸਿਕਲੀ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਸਾਡੀ ਸਪਾਈਨ ਦੇ ਵਿੱਚ ਮਣਕੇ ਹੁੰਦੇ ਆ ਜਿਹੜੇ ਖਾਸ ਕਰਕੇ ਨੀਚੇ ਵਾਲੇ 5 ਮਣਕੇ ਜਿਹੜੇ ਇਸ ਦਰਦ ਲਈ ਇੰਪੋਰਟੈਂਟ ਆ, ਉਹ L1 ਤੋਂ ਲੈ ਕੇ L5 ਤੱਕ ਹੁੰਦੇ ਆ ਜੀ। ਉਹਨਾਂ ਮਣਕਿਆਂ ਦੇ ਵਿਚਕਾਰ ਡਿਸਕਾਂ ਹੁੰਦੀਆਂ ਨੇ। ਡਿਸਕ ਬੇਸਿਕਲੀ ਕੀ ਹੈ? ਇੱਕ ਸ਼ੌਕਰ ਹੈ। ਜਿਵੇਂ ਗੱਡੀ ਸ਼ੌਕਰ ਲੱਗੇ ਹੁੰਦੇ ਆ, ਉਦਾਂ ਹੀ ਸਾਡੇ ਵੀ ਸ਼ੌਕਰ ਹੈ। ਜਦੋਂ ਅਸੀਂ ਜੰਪ ਕਰਦੇ ਹਾਂ, ਹੋਰ ਕਰਦੇ ਹਾਂ, ਉਹ ਸ਼ੌਕ ਨੂੰ ਐਬਜ਼ੌਰਬ ਕਰਦੀਆਂ ਤੇ ਕਿਉਂਕਿ ਸਾਡਾ ਜਿਹੜਾ ਸਾਰਾ weight ਆ ਉਹ ਸਪਾਈਨ ਦੇ ਥਰੂ ਹੀ ਅੱਗੇ ਲੱਤਾਂ ਜਾਂਦਾ ਹੈ ਜੀ। ਤੇ ਜੇ ਮਤਲਬ ਕਹਿ ਲਓ ਬੈਡ ਪੋਸਚਰ ਦੇ ਨਾਲ, ਜਾਂ ਤੁਹਾਡਾ ਵਜਨ ਵਧ ਗਿਆ, ਜਾਂ ਹੋਰ ਆਦਤਾਂ ਕਰਕੇ, ਜਾਂ ਕਈ ਵਾਰ ਜੈਨੇਟਿਕਲੀ ਵੀ ਤੁਸੀਂ ਪ੍ਰੀਡਿਸਪੋਜ਼ ਹੁੰਦੇ ਆ, ਜਦੋਂ ਇਹ ਸ਼ੌਕਰ ਖਰਾਬ ਹੋਣ ਲੱਗ ਜਾਂਦੇ ਆ ਤਾਂ ਉਹਨੂੰ ਅਸੀਂ ਡਿਸਕ ਡੈਸੀਕੇਸ਼ਨ ਕਹਿੰਦੇ ਹਾਂ ਜੀ। ਜਿਹੜੀ ਨਾਰਮਲ ਡਿਸਕ ਹੁੰਦੀ ਆ ਉਹ ਇੰਨੀ ਕੁ ਸਟਰੋਂਗ ਹੁੰਦੀ ਆ ਵੀ ਓਲੰਪਿਕਸ ਤੁਸੀਂ ਦੇਖਿਆ ਹੋਣਾ, ਲੋਕ 200 300 ਕਿਲੋ ਭਾਰ ਵੀ ਚੱਕਦੇ, ਉਹਨਾਂ ਨੂੰ ਕੁਝ ਨਹੀਂ ਹੁੰਦਾ ਜੀ। ਤੇ ਜਿਹੜੀ ਖਰਾਬ ਡਿਸਕ ਹੈ ਇਹ ਇੰਨੀ ਕੁ ਵੀਕ ਹੁੰਦੀ ਆ ਵੀ ਇਵਨ ਤੁਹਾਡਾ ਸਿਲੰਡਰ ਚੱਕਣ ਨਾਲ ਜਾਂ ਅੱਧੀ ਭਰੀ ਬਾਲਟੀ ਚੱਕਣ ਨਾਲ ਵੀ ਹਿੱਲ ਸਕਦੀ ਹੈ। ਤਾਂ ਪ੍ਰੋਬਲਮ ਬੇਸਿਕਲੀ ਖਰਾਬ ਡਿਸਕ ਦੇ ਵਿੱਚ ਹੈ। ਡਿਸਕ ਇੱਕ ਜੈਲ ਲਾਈਕ ਮਟੀਰੀਅਲ ਹੁੰਦਾ ਹੈ ਜਿਹਦੇ ਬਾਹਰ ਕਵਰਿੰਗ ਹੁੰਦੀ ਹੈ ਤੇ ਅੰਦਰ ਜੈਲ ਹੁੰਦਾ ਹੈ। ਜਦੋਂ ਵਕਤ ਦੇ ਨਾਲ ਉਹ ਜੈਲ ਦੇ ਵਿੱਚ ਕ੍ਰੈਕਸ ਆ ਜਾਂਦੇ ਆ ਤਾਂ ਉਹਦਾ ਪਾਣੀ ਨਿਕਲ ਜਾਂਦਾ ਤੇ ਖਾਲੀ ਇੱਕ ਵੀਕ ਜਿਹਾ ਸਬਸਟੈਂਸ ਬਚਦਾ, ਜਿਹਨੂੰ ਅਸੀਂ ਡਿਸਕ ਡੈਸੀਕੇਸ਼ਨ ਕਹਿੰਦੇ ਹਾਂ। ਇਹ ਡਿਸਕ ਡੈਸੀਕੇਸ਼ਨ ਵੇਲੇ ਸਿਰਫ ਤੁਹਾਡੇ ਕਮਰ 'ਚ ਦਰਦ ਹੋਏਗਾ, ਲੱਤਾਂ 'ਚ ਨਹੀਂ ਜਾਏਗਾ। ਤੁਸੀਂ 2-3 ਘੰਟੇ ਬੈਠੇ, ਤੁਹਾਡੇ ਕਮਰ 'ਚ ਦਰਦ ਸ਼ੁਰੂ ਹੋ ਗਿਆ, ਤੁਸੀਂ ਲੇਟ ਗਏ ਤਾਂ ਤੁਸੀਂ ਠੀਕ ਹੋ ਗਿਆ। ਤਾਂ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਕਿ ਤੁਹਾਡੀ ਡਿਸਕ ਖਰਾਬ ਹੋ ਸਕਦੀ ਹੈ ਜੀ। ਤੇ ਜਦੋਂ ਫਿਰ ਖਰਾਬ ਡਿਸਕ ਦੇ ਟਾਈਮ ਤੇ ਵੀ ਅਸੀਂ ਪ੍ਰੋਪਰ ਸਲਾਹ ਨਹੀਂ ਲੈਂਦੇ ਤੇ ਅਸੀਂ ਧੱਕਾ ਕਰਦੇ ਰਹਿੰਦੇ ਹਾਂ, ਫਿਰ ਇਹ ਡਿਸਕ ਹਿੱਲ ਜਾਂਦੀ ਹੈ। ਹਿੱਲ ਕੇ ਪਿੱਛੇ ਜਿਹੜੀ ਸਿਆਟਿਕ ਨਰਵ ਦੀਆਂ ਰੂਟਲੈਟਸ ਹੁੰਦੀਆਂ ਨੇ ਉਹਨਾਂ ਨੂੰ ਜਾਂ ਪ੍ਰੈਸ ਕਰਦੀ ਹੈ ਜਾਂ ਇਰੀਟੇਟ ਕਰਦੀ ਹੈ ਤੇ ਉਦੋਂ ਜਿਹੜਾ ਦਰਦ ਹੁੰਦਾ ਇਹਦਾ ਮਤਲਬ ਹੈ ਉਹ ਸਿਆਟਿਕਾ ਹੋ ਗਿਆ। ਇਹਦੇ ਕਾਰਨ ਕੀ ਹੈ? ਇਹ ਦਰਦ ਕਿਉਂ ਸ਼ੁਰੂ ਹੁੰਦੀ ਹੈ ਕਿ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਕੋਈ ਇਦਾਂ ਦੇ ਕੰਮ ਕਰ ਲੈਂਦੇ ਹਾਂ ਜਿਸ ਨਾਲ ਇਹ ਦਰਦ ਹੁੰਦੀ ਹੈ, ਜਾਂ ਸਾਡਾ ਖਾਣ ਪੀਣ ਇਦਾਂ ਦਾ ਹੋ ਜਾਂਦਾ ਇਹ ਦਰਦ ਸ਼ੁਰੂ ਹੋ ਜਾਂਦੀ ਹੈ? ਕਾਰਨ ਇਹਦੇ ਕਈ ਹੈ ਜੀ। ਪਹਿਲਾ ਕਾਰਨ ਤਾਂ ਕਿਤੇ ਨਾ ਕਿਤੇ ਲੈਕ ਆਫ ਐਕਸਰਸਾਈਜ਼ ਹੈ ਜੀ। ਕਿਉਂਕਿ ਜਿਹੜੀ ਸਾਡੀ ਸਪਾਈਨ ਹੈ ਨਾ ਟੈਂਟ ਦੀ ਤਰ੍ਹਾਂ ਹੈ ਜੀ। ਜਿਵੇਂ ਟੈਂਟ ਦੇ ਇੱਕ ਸੈਂਟਰ 'ਚ ਪੋਲ ਹੈ ਤੇ ਸਾਈਡ ਤੇ ਰੱਸੇ ਹੈ। ਰੱਸੇ ਜਿੰਨੇ ਸਟਰੋਂਗ ਹੋਣਗੇ ਉਹਨਾਂ ਸੈਂਟਰ ਵਾਲੇ ਪੋਲ ਤੇ ਪ੍ਰੈਸ਼ਰ ਘੱਟ ਹੋਏਗਾ, ਰੱਸੇ ਜਿੰਨੇ ਵੀਕ ਹੋਣਗੇ ਉਹਨਾਂ ਸੈਂਟਰ ਵਾਲੇ ਪੋਲ ਤੇ ਪ੍ਰੈਸ਼ਰ ਜ਼ਿਆਦਾ ਹੋਏਗਾ। ਤਾਂ ਕਿਉਂਕਿ ਬੱਚੇ ਐਕਸਰਸਾਈਜ਼ ਨਹੀਂ ਕਰਦੇ ਹੈ ਤਾਂ ਜਿਹੜੇ ਉਹਨਾਂ ਦੇ ਪੈਰਾਸਪਾਈਨਲ ਮਸਲ ਹੈ ਉਹ ਕਿਤੇ ਨਾ ਕਿਤੇ ਵੀਕ ਰਹਿ ਜਾਂਦੇ ਆ। ਪੈਰਾਸਪਾਈਨਲ ਮਤਲਬ ਸਪਾਈਨ ਦੇ ਆਸ-ਪਾਸ ਜੋ ਮਾਸਪੇਸ਼ੀਆਂ ਹੈਗੀਆਂ, ਜਿਹਦੇ ਜਿੰਨੇ ਪੈਰਾਸਪਾਈਨਲ ਮਸਲ ਸਟਰੋਂਗ ਹੋਣਗੇ ਉਹਨਾਂ ਦੇ ਪਹਿਲੇ ਨੰਬਰ ਤੇ ਸਪਾਈਨ ਤੇ ਹੀ ਪ੍ਰੈਸ਼ਰ ਘੱਟ ਪਏਗਾ। ਤਾਂ ਫਸਟ ਕਾਰਨ ਤਾਂ ਮੇਰੇ ਖਿਆਲ ਸੇ ਲੈਕ ਆਫ ਐਕਸਰਸਾइज है। सेकंड कारण किते ना किते लैक ऑफ जो फ्रेश फ्रूट्स एंड वेजिटेबल भी एक रीज़न है। आजकल सारे फास्ट फूड ही खाते हैं जी, है ना। तीसरे नंबर पे जो मेन स्पेसिफिक कारण है वो है लगातार बैठना। अच्छा जी। नेचर ने सानू इदां नहीं बिठाया भी ਅਸੀਂ 10-10 ਘੰਟੇ ਬੈਠੇ ਰਹੀਏ ਜੀ। तो ਪ੍ਰੋਲੌਂਗ ਸਿਟਿੰਗ ਦੇ ਨਾਲ ਫਿਰ ਤੁਹਾਡੀ ਜਿਹੜੀ ਡਿਸਕ ਡੈਸੀਕੇਸ਼ਨ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਏਜ ਵੀ ਇੱਕ ਕਾਰਨ ਹੈ। ਵੱਧਦੀ ਏਜ ਨਾਲ ਜਿਵੇਂ ਸਾਰੀ ਅੰਗੀ ਕਹਿ ਲਓ ਕਮਜ਼ੋਰ ਹੁੰਦੇ, ਡਿਸਕ ਨੇ ਵੀ ਕਮਜ਼ੋਰ ਹੋਣਾ ਹੈ। ਕਈ ਲੋਕ ਜੈਨੇਟਿਕਲੀ ਵੀ ਪ੍ਰੀਡਿਸਪੋਜ਼ ਹੁੰਦੇ, ਉਹ ਕਈ ਸਾਰੀਆਂ ਜੀਨਸ ਆਇਡੈਂਟੀਫਾਈ ਹੈ ਬਟ ਉਹ ਅਜੇ ਇਨੀਸ਼ੀਅਲ ਸਟੇਜ ਤੇ ਹੈ ਕੰਮ। तो ਇਹ ਮੇਨ ਕਾਰਨ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਡਾਕਟਰ ਬਿਕਰਮਜੀਤ ਸਿੰਘ ਹੁਣਾਂ ਦੇ ਨਾਲ ਸਿਆਟਿਕਾ ਪੇਨ ਨੂੰ ਲੈ ਕੇ। ਕਈ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਲੱਕ ਤੋਂ ਲੱਤ 'ਚ ਦਰਦ ਜਾਂਦਾ ਹੈ।
ਕਈ ਫਿਰ ਆਪਾਂ ਨਾ ਜਦੋਂ ਸਾਡੇ ਦਰਦ ਸ਼ੁਰੂ ਹੁੰਦੀ ਅਸੀਂ ਪੰਜਾਬੀਆਂ ਦਾ ਸੁਭਾਅ ਆ ਘਰੇ ਓੜ-ਪੋੜ ਸ਼ੁਰੂ ਕਰ ਦਈਦਾ, ਸੇਕ ਦੇ ਲਓ, ਘਿਓ ਲਾ ਲਓ, ਤੇਲ ਲਾ ਲਓ, ਹੈਨਾ। ਕਿੰਨੀ ਜਲਦੀ ਡਾਕਟਰ ਕੋਲ ਪਹੁੰਚ ਜਾਣਾ ਤੁਹਾਡਾ ਬਚਾਅ ਆ? ਹਾਂਜੀ, ਇਹ ਬੜਾ ਵਧੀਆ ਕੁਐਸਚਨ ਹੈ। ਪਹਿਲੀ ਗੱਲ ਤਾਂ ਹਰ ਬੈਕ ਪੇਨ ਤੁਹਾਡਾ ਡਿਸਕ ਦੇ ਕਾਰਨ ਜਾਂ ਸਿਆਟਿਕਾ ਦੇ ਕਾਰਨ ਨਹੀਂ ਹੈ। ਬੈਕ ਪੇਨ ਦੇ ਬਹੁਤ ਸਾਰੇ ਕਾਰਨ ਹੈ। ਮਸਲ ਸਪਰੇਨ ਕਰਕੇ ਵੀ ਬੈਕ ਪੇਨ ਹੋ ਸਕਦਾ ਹੈ, ਲਿਗਾਮੈਂਟ ਇੰਜਰੀ ਕਰਕੇ ਵੀ ਬੈਕ ਪੇਨ ਹੋ ਸਕਦਾ ਹੈ। ਸਭ ਤੋਂ ਜੋ ਇੰਪੋਰਟੈਂਟ ਐਂਡ ਓਵਰਲੁਕਡ ਕਾਰਨ ਹੈ ਆਸਟੀਓਪੋਰੋਸਿਸ, ਹੱਡੀਆਂ ਕਮਜ਼ੋਰ ਕਰਕੇ ਵੀ ਬੈਕ ਪੇਨ ਹੋ ਸਕਦਾ ਹੈ ਜੀ, ਕਿਉਂਕਿ ਸੂਰਜ ਦੇਵਤਾ ਦੇ ਦਰਸ਼ਨ ਤਾਂ ਅਸੀਂ ਕਰਦੇ ਹੀ ਨਹੀਂ ਹੈਗੇ, ਘਰੋਂ ਗੱਡੀ 'ਚ ਗੱਡੀਆਂ, ਆਫਿਸ ਤੋਂ ਕਰੋ। ਤਾਂ ਆਸਟੀਓਪੋਰੋਸਿਸ ਇੱਕ ਬਹੁਤ ਹੀ ਓਵਰਲੁਕਡ ਕਾਰਨ ਹੈ ਬੈਕ ਪੇਨ ਦਾ। ਤਾਂ ਇਸ ਤੋਂ ਇਲਾਵਾ ਡਿਸਕ ਵੀ ਇੱਕ, ਪਹਿਲੀ ਗੱਲ ਤਾਂ ਉਹੀ ਵੀ ਬੈਕ ਪੇਨ ਤੁਹਾਡਾ ਹੋ ਕਿਉਂ ਰਿਹਾ। ਜੇ ਹੁਣ ਮੰਨ ਲਓ ਬੈਕ ਪੇਨ ਤੁਹਾਡਾ ਆਸਟੀਓਪੋਰੋਸਿਸ ਕਰਕੇ ਹੈ ਤਾਂ ਉਹ ਤਾਂ ਕੈਲਸ਼ੀਅਮ ਖਾਣ ਨਾਲ ਠੀਕ ਹੋਏਗਾ ਨਾ, ਉਹ ਕਿਸੇ ਹੋਰ ਤਰੀਕੇ ਨਾਲ ਥੋੜੀ ਠੀਕ ਹੋਏਗਾ। ਜਾਂ ਜੇ ਮੰਨ ਲਓ ਮਸਲ ਇੰਜਰੀ ਹੈ ਤਾਂ ਉਸ ਤਰ੍ਹਾਂ ਦੀ। ਤਾਂ ਪਹਿਲੇ ਨੰਬਰ 'ਤੇ ਤਾਂ ਪ੍ਰੋਪਰ ਡਾਇਗਨੋਸਿਸ ਜ਼ਰੂਰੀ ਹੈ। ਬੈਕ ਪੇਨ ਦੇ ਮੈਂ ਤੁਹਾਨੂੰ ਮੋٹے-ਮੋٹے 5-6 ਕਾਰਨ ਦੱਸਿਆ, ਪਰ ਜੇ ਆਪਾਂ ਡਿਟੇਲ 'ਚ ਚਲੇ ਜਾਈਏ ਬੈਕ ਪੇਨ ਦੇ ਤਾਂ 50 ਕਾਰਨ ਹੋਣਗੇ। ਤਾਂ ਪਹਿਲੇ ਨੰਬਰ 'ਤੇ ਤਾਂ ਕਾਰਨ ਕੀ ਹੈ ਤੁਹਾਡਾ, ਤੇ ਕਾਰਨ ਲੱਭਣ ਲਈ ਸਾਨੂੰ ਇਨਵੈਸਟੀਗੇਸ਼ਨ ਕਰਨੀਆਂ ਪੈਂਦੀਆਂ, ਜਾਂ ਪਹਿਲੇ ਨੰਬਰ 'ਤੇ ਐਗਜ਼ਾਮੀਨੇਸ਼ਨ ਕਰਨੀ ਪੈਂਦੀ ਹੈ। MRI ਜੋ ਹੈ ਵਨ ਆਫ ਦੀ ਬੈਸਟ ਇਨਵੈਸਟੀਗੇਸ਼ਨ ਹੈ ਬੈਕ ਪੇਨ ਨੂੰ ਇਵੈਲੂਏਟ ਕਰਨ ਲਈ। MRI ਤੁਹਾਨੂੰ ਦੱਸੇਗੀ ਵੀ ਕੀ ਪ੍ਰੋਬਲਮ ਹੈ, ਤੁਹਾਡੀਆਂ ਹੱਡੀਆਂ ਕਮਜ਼ੋਰ ਹੈ ਜਾਂ ਡਿਸਕ ਖਰਾਬ ਹੈ ਜਾਂ ਕੀ ਹੈ, ਤੇ ਕਿੰਨੇ ਲੈਵਲ ਤੇ ਖਰਾਬ ਹੈ, ਕਿੰਨੀ ਖਰਾਬ ਹੈ। ਡਿਸਕ ਖਰਾਬ ਤਾਂ ਇੱਕ ਜਨਰਲ ਵਰਡ ਹੈ ਜੀ, ਕੱਲੀ ਡਿਸਕ ਖਰਾਬ ਹੈ ਜਾਂ ਹਿੱਲੀ ਹੈ, ਅਗਰ ਹਿੱਲੀ ਵੀ ਹੈ ਤਾਂ ਕਿੰਨੀ ਹਿੱਲੀ ਹੈ, ਥੋੜੀ ਹਿੱਲੀ ਹੈ, ਜ਼ਿਆਦਾ ਹਿੱਲੀ ਹੈ। ਉਹਦੇ ਜੇ ਅਸੀਂ ਡਾਕਟਰੀ ਲੈਂਗੁਏਜ ਚਲਾ ਜਾਈਏ ਤਾਂ ਸਾਡੇ ਗ੍ਰੇਡਿੰਗ ਕੀਤੀਆਂ ਹੋਈਆਂ। ਡਿਸਕ ਡੈਸੀਕੇਸ਼ਨ ਦੇ ਵੀ ਗ੍ਰੇਡ ਹੈ ਕਿ ਕੱਲੀ ਡਿਸਕ ਡੈਸੀਕੇਸ਼ਨ ਹੈ, ਕਿ ਡਿਸਕ ਪ੍ਰੋਟਿਊਜ਼ਨ ਹੈ, ਕਿ ਡਿਸਕ ਐਕਸਟਰੂਜ਼ਨ ਹੈ। ਈਵਨ ਨਰਵ ਕੰਪਰੈਸ਼ਨ ਦੇ ਵੀ ਗ੍ਰੇਡ ਹੈ, ਗ੍ਰੇਡ 1 ਹੈ, ਗ੍ਰੇਡ 2 ਹੈ, ਗ੍ਰੇਡ 3 ਹੈ, ਗ੍ਰੇਡ 4। ਤਾਂ ਪਹਿਲੇ ਨੰਬਰ ਤੇ ਤਾਂ ਆਪਾਂ ਬਿਮਾਰੀ ਡਾਇਗਨੋਸ ਕਰਨੀ ਹੈ ਵੀ ਐਗਜ਼ੈਕਟਲੀ ਹੈ ਕਿ। ਦੂਜੇ ਨੰਬਰ ਤੇ ਉਹਨੂੰ ਕੁਆਂਟੀਫਾਈ ਕਰਨਾ ਹੈ ਵੀ ਹੈ ਕਿੰਨੀ, ਹੈ ਨਾ। ਤੇ ਤੀਜੇ ਨੰਬਰ ਤੇ ਫਿਰ ਇਲਾਜ ਦੀ ਗੱਲ ਤਾਂ ਬਾਅਦ ਸ਼ੁਰੂ ਹੁੰਦੀ ਹੈਗੀ। ਆਪਾਂ ਐਦਾਂ ਹੀ ਕੁਝ ਕਰਦੇ ਰਹੀਏ, ਉਹ ਸਾਡੇ ਹਿਸਾਬ ਨਾਲ ਰਿਕਮੈਂਡਡ ਨਹੀਂ ਹੈ। ਤੁਸੀਂ ਕਿਹਾ ਕਿ ਪਹਿਲਾਂ ਆਪਾਂ ਉਸ ਨੂੰ ਆਇਡੈਂਟੀਫਾਈ ਕਰਾਂਗੇ ਕਿ ਕੀ ਚੀਜ਼ ਹੈ, ਜਿਹਨੂੰ ਜਿੰਨੀ ਪ੍ਰੋਬਲਮ ਹੈ ਉਸ ਹਿਸਾਬ ਦੇ ਨਾਲ ਉਸ ਦਾ ਇਲਾਜ ਸ਼ੁਰੂ ਕੀਤਾ ਜਾਏਗਾ। ਆਮ ਤੌਰ ਤੇ ਲੋਕਾਂ ਨੂੰ ਆਦਤ ਹੁੰਦੀ ਹੈ, ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ, ਕਿ ਕਿਸੇ ਵੀ ਲੋਕਲ ਡਾਕਟਰ ਤੋਂ ਕੋਈ ਵੀ ਮੈਡੀਸਨ ਲੈ ਕੇ ਖਾ ਲਈ, ਫਿਰ ਦਰਦ ਵੱਧ ਜਾਣੀ। ਇਹ ਇਲਾਜ ਕਰਾਏ ਬਿਨਾਂ ਦਰਦ ਕਿੰਨੀ ਕੁ ਵੱਧ ਜਾਂਦੀ ਹੈ ਸਿਆਟਿਕਾ ਦੀ? ਹਾਂਜੀ, ਇਹ ਬੜਾ ਅੱਛਾ ਕੁਐਸਚਨ ਹੈ। ਐਕਚੁਅਲੀ ਸਿਆਟਿਕਾ ਜੋ ਹੈ ਨਾ, ਇਸ ਦੀ ਇੱਕ ਨੈਚੁਰਲ ਹਿਸਟਰੀ ਹੈ। ਬੇਸਿਕਲੀ ਜਦੋਂ ਤੁਹਾਡੀ ਡਿਸਕ ਖਰਾਬ ਹੁੰਦੀ ਹੈ ਨਾ, ਉਹ ਕੱਲੀ ਡਿਸਕ ਹੀ ਨਹੀਂ ਖਰਾਬ ਹੁੰਦੀ, ਤੁਹਾਡੀ ਸਪਾਈਨ ਦੀ ਜਿਹੜੀ ਹੈ ਪੂਰੀ ਬਾਇਓਮੈਕੈਨਿਕਸ ਹੀ ਚੇਂਜ ਹੋ ਜਾਂਦੀ ਹੈ। ਬਾਇਓਮੈਕੈਨਿਕਸ ਦਾ ਮਤਲਬ ਕੀ ਹੁੰਦਾ ਹੈ ਵੀ ਜਿਵੇਂ ਮੰਨ ਲਓ ਇਹ ਸਾਹਮਣੇ ਕੈਮਰਾ ਹੀ ਪਿਆ, ਇਹ ਕੈਮਰੇ ਦਾ weight ਇੱਕ ਪ੍ਰੋਪਰ ਤਰੀਕੇ ਨਾਲ ਟਰਾਂਸਫਰ ਹੋ ਰਿਹਾ। ਜਿਹੜੇ ਤਿੰਨੇ ਲੈਗਸ ਇੱਕ ਪ੍ਰੋਪਰ ਤਰੀਕੇ ਨਾਲ ਰੱਖੀਆਂ ਹੋਈਆਂ, ਜੇ ਆਪਾਂ ਨੂੰ ਇੱਧਰ ਉੱਧਰ ਕਰ ਦਿਆਂਗੇ ਤਾਂ ਉਹ ਗਿਰ ਜਾਏਗਾ। ਤਾਂ ਸੇਮ ਹੁੰਦਾ ਸਪਾਈਨ ਦੇ ਵਿੱਚ ਸਾਡਾ weight ਟਰਾਂਸਫਰ ਹੁੰਦਾ ਨਾ, ਉਹ ਸੈਂਟਰ 'ਚ ਹੁੰਦਾ ਜੀ। ਜਦੋਂ ਇਹ ਡਿਸਕ ਡੈਸੀਕੇਟ ਹੋ ਗਈ, ਮਤਲਬ ਡਿਸਕ ਕਮਜ਼ੋਰ ਹੋ ਗਈ, ਡਿਸਕ ਥਿਨਿੰਗ ਹੋ ਗਈ, ਜਿਹਨੂੰ ਆਮ RMP ਡਾਕਟਰ ਕਹਿੰਦੇ ਗੈਪ ਘਟ ਗਿਆ। ਐਕਚੁਅਲੀ ਐਕਸਰੇ ਦੇ ਵਿੱਚ ਡਿਸਕ ਦੀ ਥਾਂ ਤੇ ਕੁਝ ਦਿਖਦਾ ਨਹੀਂ, ਤਾਂ RMP ਡਾਕਟਰਾਂ ਲਈ ਡਿਸਕ ਇੱਕ ਗੈਪ ਹੈ। ਤੇ ਜਦੋਂ ਡਿਸਕ ਥਿਨ ਹੋ ਗਈ ਹੈ ਤਾਂ ਮਤਲਬ ਗੈਪ ਘਟ ਗਿਆ ਹੈ, ਮਤਲਬ ਉਹ ਜੁੜ ਗਈ, ਮਤਲਬ ਗੈਪ ਘਟ ਗਿਆ ਹੈ। ਦੋ ਵਰਟੀਬਰਾ ਦੇ ਵਿਚਕਾਰ ਡਿਸਕ ਹੈ, ਐਡੀ ਡਿਸਕ ਹੈ ਪਹਿਲਾਂ, ਫਿਰ ਉਹ ਥਿਨ ਹੋ ਕੇ ਹੋਰ ਪਾਸ ਲੱਗੀ ਹੈ। ਤਾਂ ਉਹ ਗੈਪ ਘਟਣ ਨਾਲ ਸਭ ਤੋਂ ਪਹਿਲੇ ਨੰਬਰ ਤੇ ਕੀ ਹੁੰਦਾ ਕਿ ਕੋਈ ਚੀਜ਼ਾਂ ਇਸ ਤਰ੍ਹਾਂ ਪਈਆਂ ਨੇ, ਫਿਰ ਆਪਾਂ ਉਹਨੂੰ ਐਦਾਂ ਕਰਤਾ, ਤਾਂ ਜਿਹੜਾ weight ਸੈਂਟਰ 'ਚ ਟ੍ਰਾਂਸਫਰ ਹੋਣਾ ਸੀ ਉਹ ਇੱਕ ਸਾਈਡ ਤੇ ਟ੍ਰਾਂਸਫਰ ਹੋਣ ਲੱਗਿਆ। ਉਸ ਕਰਕੇ ਫਿਰ ਕੀ ਹੁੰਦਾ, ਤੁਹਾਡੇ ਜਿਹੜੇ ਫੇਸਡ ਜੁਆਇੰਟ ਹੁੰਦੇ ਆ ਸਪਾਈਨ ਪਿੱਛੇ, ਉਹਨਾਂ ਤੇ ਪ੍ਰੈਸ਼ਰ ਪੈਂਦਾ, ਫਿਰ ਉਹਨਾਂ ਦੀ ਹਾਈਪਰਟ੍ਰੋਫੀ ਹੋ ਜਾਂਦੀ ਹੈ, ਉੱਥੇ ਹੋਰ ਐਕਸਟਰਾ ਹੱਡੀ ਵਧਣੀ ਸ਼ੁਰੂ ਹੋ ਜਾਂਦੀ ਹੈ, ਫਿਰ ਉਹਦੇ ਕਰਕੇ ਨਾੜਾਂ ਪ੍ਰੈਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਜਿਹੜੀ ਇਹ ਸਿਆਟਿਕਾ ਦੀ ਪ੍ਰੋਬਲਮ ਹੈ, ਜਿਹਨੂੰ ਪ੍ਰੋਪਰ ਆਪਾਂ ਨਾ ਟਰੀਟ ਕਰੀਏ ਤਾਂ ਬਜ਼ੁਰਗਾਂ ਤੋਂ ਤੁਸੀਂ ਸੁਣਿਆ ਹੋਣਾ ਵੀ ਮੈਂ 10 ਕਦਮ ਚੱਲਦਾ ਫਿਰ ਮੇਰੀਆਂ ਲੱਤਾਂ ਭਾਰੀ ਹੋ ਜਾਂਦੀਆਂ, ਝੂਠੀਆਂ ਪੈ ਜਾਂਦੀਆਂ, ਮੈਥੋਂ ਚੱਲਿਆ ਨਹੀਂ ਜਾਂਦਾ, ਜਿਹਨੂੰ ਕੈਨਾਲ ਸਟਨੋਸਿਸ ਕਹਿੰਦੇ ਆ। ਤੇ ਅਗਰ ਆਪਾਂ ਸਿਆਟਿਕਾ ਦਾ ਪ੍ਰੋਪਰ ਇਲਾਜ ਨਹੀਂ ਕਰਦੇ ਹੈਗੇ ਤਾਂ ਫਿਰ ਅਲਟੀਮੇਟਲੀ ਕੈਨਾਲ ਸਟਨੋਸਿਸ ਹੋ ਜਾਂਦੀ ਹੈ ਤੇ ਪੇਸ਼ੈਂਟ ਤੁਰਨ ਫਿਰਨ ਤੋਂ ਬਿਲਕੁਲ ਹੀ ਰਹਿ ਜਾਂਦਾ ਹੈ ਜੀ। ਇਹ ਕਿੰਨਾ ਟਾਈਮ ਲੈਂਦੀ ਹੈ ਠੀਕ ਹੋਣ ਨੂੰ? ਇਸ ਦਾ ਟ੍ਰੀਟਮੈਂਟ ਅਕੋਰਡਿੰਗ ਟੂ ਏਜ ਹੈ, ਕਿੰਨਾ ਕੁ ਟਾਈਮ ਲੱਗ ਜਾਂਦਾ ਹੈ? ਦੇਖੋ, ਜੋ ਸਿਆਟਿਕਾ ਦੀ ਨੈਚੁਰਲ ਹਿਸਟਰੀ ਹੈ ਉਹ 3 ਤੋਂ 4 ਸਾਲਾਂ ਦੀ ਹੈ। ਹਾਂ, ਜੇ ਤੁਸੀਂ ਬਜ਼ੁਰਗਾਂ ਤੋਂ ਵੀ ਸੁਣਿਆ ਹੋਇਆ ਤੁਹਾਨੂੰ ਦੱਸਣਗੇ ਮੈਨੂੰ ਕਮਰ 'ਚ ਦਰਦ ਹੁੰਦਾ ਸੀ, 2-3 ਸਾਲ ਰਿਹਾ ਫਿਰ ਠੀਕ ਹੋ ਗਿਆ। ਤਾਂ ਜੋ ਸਿਆਟਿਕਾ ਦੀ ਨੈਚੁਰਲ ਹਿਸਟਰੀ ਹੈ ਉਹ 3 ਤੋਂ 4 ਸਾਲਾਂ ਦੀ ਹੈ। ਬਟ ਜੋ ਸਿਆਟਿਕਾ ਦੇ ਕਾਰਨ ਜੋ ਬਾਇਓਮੈਕੈਨੀਕਲ ਚੇਂਜਸ ਦੇ ਇਫੈਕਟ ਹੈ ਉਹ ਲਾਈਫ ਲੌਂਗ ਹੀ ਹੈਗੇ ਆ। ਉਹਨਾਂ ਨੂੰ ਆਪਾਂ ਸਲੋ ਕਰ ਸਕਦੇ ਹਾਂ, ਖਤਮ ਨਹੀਂ ਕਰ ਸਕਦੇ। ਬਟ ਮੇਨ ਚੀਜ਼ ਇਹ ਹੁੰਦੀ ਹੈ ਵੀ ਜੇ ਤੁਹਾਡੀ ਡਿਸਕ ਜ਼ਿਆਦਾ ਹਿੱਲ ਗਈ, ਨਾੜ ਜ਼ਿਆਦਾ ਪ੍ਰੈਸ ਕਰਦੀ, ਤਾਂ ਤੁਹਾਡਾ ਲੈਟਰਿਨ ਬਾਥਰੂਮ ਦਾ ਕੰਟਰੋਲ ਜਾ ਸਕਦਾ ਹੈ, ਜਾਂ ਤੁਹਾਡੀ ਲੱਤ ਸੁੱਕ ਸਕਦੀ ਹੈ, ਜਾਂ ਤੁਹਾਡਾ ਪੈਰ ਉੱਪਰ ਉੱਠਣਾ ਬੰਦ ਹੋ ਸਕਦਾ। ਇਹ ਸਭ 'ਚ ਨਹੀਂ ਹੁੰਦਾ, ਇਹ 10 ਤੋਂ 15% ਕੇਸਿਸ 'ਚ ਹੀ ਹੁੰਦਾ ਹੈ ਜੀ। ਤੇ ਇਹੀ ਕੇਸਿਸ ਹੁੰਦੇ ਆ ਜਿੱਥੇ ਐਕਚੁਅਲੀ ਸਰਜਰੀ ਦੀ ਲੋੜ ਹੈ। ਫਿਰ ਇੱਕ ਹੋਰ ਮੈਂ ਤੁਹਾਨੂੰ ਐਡੀਸ਼ਨ ਕਰਨਾ ਚਾਹੁੰਦਾ, ਜੇ ਮੇਰੇ ਕੋਲ
ਸਿਆਟਿਕਾ ਦੇ 20 ਪੇਸ਼ੈਂਟ ਆਉਂਦੇ ਆ ਤਾਂ ਹਾਰਡਲੀ 1 ਜਾਂ 2 ਪੇਸ਼ੈਂਟ ਨੂੰ ਸਰਜਰੀ ਦੀ ਜ਼ਰੂਰਤ ਹੁੰਦੀ ਹੈ। 18 ਜਾਂ 19 ਪੇਸ਼ੈਂਟ ਨੂੰ ਸਰਜਰੀ ਦੀ ਜ਼ਰੂਰਤ ਨਹੀਂ ਹੁੰਦੀ। ਉਹ ਪੇਸ਼ੈਂਟ ਤੁਹਾਨੂੰ ਇਦਾਂ ਹੀ ਉਹਨਾਂ ਨੂੰ ਅਸੀਂ ਜੋ ਵੀ ਹੈ, ਪਹਿਲੇ ਨੰਬਰ ਤੇ ਤਾਂ ਉਹੀ ਹੈ ਵੀ ਕੌਜ਼ੇਟਿਵ ਫੈਕਟਰ ਕੀ ਹੈ ਜੀ। ਅਗਰ ਪ੍ਰੋਲੋਂਗ ਸਿਟਿੰਗ ਕੌਜ਼ੇਟਿਵ ਫੈਕਟਰ ਹੈ ਤਾਂ ਅਸੀਂ ਉਹਨਾਂ ਨੂੰ ਆਪਣੀ ਸਿਟਿੰਗ ਘੱਟ ਕਰਨ ਲਈ ਕਹਾਂਗੇ ਜਾਂ ਪੋਸਟਰਲ ਬ੍ਰੇਕਸ ਕਹਾਂਗੇ। ਮੰਨ ਲਓ ਜੇ ਕਿਸੇ ਬੰਦੇ ਨੇ 6 ਘੰਟੇ ਲਗਾਤਾਰ ਕੰਮ ਕਰਨਾ ਤਾਂ ਹਰ ਅੱਧੇ ਪੌਣੇ ਘੰਟੇ ਬਾਅਦ ਉਹ ਮਾੜਾ ਮੋਟਾ ਤੁਰ ਫਿਰ ਲੈ, ਵਿੱਚੋਂ 10 ਮਿੰਟਾਂ ਦਾ ਬ੍ਰੇਕ ਲੈ ਲੇ। ਤੇ ਸੈਕੰਡ ਜੋ ਮੋਸਟ ਕਾਮਨ ਕਾਜ ਹੈ ਉਹ ਟਰੰਕਲ ਓਬੈਸਿਟੀ ਹੈ। ਜਿੰਨਾ ਪੇਟ ਵਧੇਗਾ ਉਨਾ ਹੀ जो ਪਿੱਛੇ ਬੈਕ ਦੇ ਜ਼ਿਆਦਾ ਪ੍ਰੈਸ਼ਰ ਪਏਗਾ। ਇੱਥੇ ਮੈਂ ਬੜੀ ਇੱਕ ਇੰਟਰਸਟਿੰਗ ਗੱਲ ਦੱਸਣੀ ਚਾਹਨਾ ਕਿ ਪ੍ਰੈਗਨੈਂਸੀ 'ਚ ਤੁਹਾਡਾ ਪੇਟ ਵੱਧ ਜਾਂਦਾ ਹੈ। ਬਿਲਕੁਲ। ਤਾਂ ਪ੍ਰੈਗਨੈਂਸੀ ਸਿਆਟਿਕਾ ਪ੍ਰੈਸੀਪਿਟੇਟ ਕਰ ਦਿੰਦੀ ਹੈ ਕਿਉਂਕਿ weight ਵੱਧ ਗਿਆ ਤੁਹਾਡਾ ਸਾਰਾ। ਤੇ ਜਦੋਂ ਸਿਜੇਰੀਅਨ ਹੁੰਦਾ ਤਾਂ ਇੱਕ ਸਪਾਈਨਲ ਟੀਕਾ ਲਾਉਂਦੇ ਆ। ਬਿਲਕੁਲ। ਤਾਂ ਮਰੀਜ਼ ਕਹਿੰਦੇ ਟੀਕੇ ਨੇ ਮੇਰਾ ਦਰਦ ਕੀਤਾ ਹੈ। ਉਹ ਡਾਕਟਰਾਂ ਨੂੰ ਸਾਨੂੰ ਬੜੀ ਮੁਸ਼ਕਿਲ ਨਾਲ ਵਿਚਾਰਿਆਂ ਨੂੰ ਬਚਾਉਣਾ ਪੈਂਦਾ ਵੀ ਇਹ ਟੀਕੇ ਨੇ ਦਰਦ ਨਹੀਂ ਕੀਤਾ, ਜਿਹੜਾ ਤੁਸੀਂ 9 ਮਹੀਨੇ ਚੱਕੀ ਰੱਖਿਆ ਇਹਨੇ ਦਰਦ ਕੀਤਾ ਹੈਗਾ ਜੀ। ਤੋਂ ਬੇਸਿਕਲੀ ਟਰੰਕਲ ਓਬੈਸਿਟੀ ਇੱਕ ਪ੍ਰੈਸੀਪਿਟੇਟਿੰਗ ਫੈਕਟਰ ਹੈ। ਜਿੰਨਾ ਤੁਹਾਡਾ ਪੇਟ ਵਧੇਗਾ ਉਨਾ ਹੀ ਤੁਹਾਡੀ ਸਪਾਈਨ ਤੇ ਪ੍ਰੈਸ਼ਰ ਜ਼ਿਆਦਾ ਪਏਗਾ। ਤਾਂ ਮਤਲਬ ਕਹਿਣ ਦਾ ਮਤਲਬ ਜੋ ਵੀ ਪੋਜ਼ਿਟਿਵ ਫੈਕਟਰ ਹੈ ਉਹਨੂੰ ਕਰੈਕਟ ਕਰਨਾ ਹੈ, ਪਲੱਸ ਜਿੱਥੇ ਰਿਕੁਆਇਰਡ ਹੈ ਉੱਥੇ ਸਰਜਰੀ ਕਰਨੀ ਹੈ। ਔਰ ਸਭ ਤੋਂ ਇੱਕ ਹੋਰ ਇੰਪੋਰਟੈਂਟ ਜੋ ਸਭ ਤੋਂ ਵੱਡੀ ਮਿਸਕਨਸੈਪਸ਼ਨ ਹੈ ਕਿ ਜੀ ਜਦੋਂ ਦਰਦ ਸਟਾਰਟ ਹੋ ਗਿਆ ਉਦੋਂ ਅਸੀਂ ਐਕਸਰਸਾਈਜ਼ ਸਟਾਰਟ ਕਰਤੀ ਜਾਂ ਫਿਜ਼ੀਓਥੈਰੇਪੀ ਸਟਾਰਟ ਕਰਤੀ। ਫਿਜ਼ੀਓਥੈਰੇਪੀ ਦਾ ਰੋਲ ਦਰਦ ਹੋਣ ਤੋਂ ਪਹਿਲਾਂ ਹੈ ਜਾਂ ਦਰਦ ਖਤਮ ਹੋਣ ਤੋਂ ਬਾਅਦ ਹੈ। ਇਨ ਬਿਟਵੀਨ ਤੁਹਾਨੂੰ ਪ੍ਰੀਕਾਸ਼ਨਸ ਲੈਣੀਆਂ ਨੇ। ਪ੍ਰੀਕਾਸ਼ਨਸ ਕੀ ਲੈਣੀਆਂ? ਲਗਾਤਾਰ ਬੈਠਣਾ ਨਹੀਂ, ਅੱਗੇ ਨਹੀਂ ਝੁਕਣਾ, ਵਜਨ ਨਹੀਂ ਚੱਕਣਾ, ਚੜ੍ਹਾਈ ਨਹੀਂ ਚੜ੍ਹਨੀ, ਨੱਚਣਾ ਟੱਪਣਾ ਨਹੀਂ ਹੈ। ਕਿਉਂਕਿ ਜਦੋਂ ਤੁਹਾਡੀ ਡਿਸਕ ਖਰਾਬ ਹੈ, ਜੋ ਉਸ ਸਟੇਜ ਤੇ ਤੁਸੀਂ ਉਹਨੂੰ ਹੋਰ ਸਟ੍ਰੈਸ ਆਊਟ ਕਰੋਗੇ ਤਾਂ ਉਹ ਹਿੱਲ ਕੇ ਆਪਰੇਸ਼ਨ ਵਾਲੇ ਕੈਂਡੀਡੇਟ ਬਣ ਜਾਓਗੇ ਤੁਸੀਂ। ਜੀ ਡਾਕਟਰ ਸਾਹਿਬ, ਹੁੰਦਾ ਹੈ ਕਿ ਕਈ ਵਾਰੀ ਕਿਸੇ ਪੇਸ਼ੈਂਟ ਦਾ ਅਸੀਂ ਇਲਾਜ ਕੀਤਾ, ਉਹਦੀ ਸਿਆਟਿਕਾ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ ਕਿ ਕੁਝ ਟਾਈਮ ਬਾਅਦ ਉਸਨੂੰ ਦੁਬਾਰਾ ਉਹ ਪ੍ਰੋਬਲਮ ਆ ਸਕਦੀ ਹੈ ਜੋ ਸਾਵਧਾਨੀਆਂ ਨਹੀਂ ਰੱਖਦਾ। ਪਹਿਲੀ ਗੱਲ ਤਾਂ ਇਹੀ ਚੀਜ਼ ਮਿਸਕਨਸੈਪਸ਼ਨ ਹੈ ਕਿ ਸਿਆਟਿਕਾ ਠੀਕ ਹੋ ਗਈ ਹੈ। ਅੱਛਾ। ਦੇਖੋ, ਇੱਕ ਸਮਝਣੇ ਦੀ ਕੋਸ਼ਿਸ਼ ਕਰੋ ਕਿ 2 ਤਰ੍ਹਾਂ ਦੀਆਂ ਬਿਮਾਰੀਆਂ ਹੈ। ਇੱਕ ਬਿਮਾਰੀ ਉਹ ਹੈ ਜੋ ਕੋਈ ਬਾਹਰੋਂ ਚੀਜ਼ ਤੁਹਾਡਾ ਅਟੈਕ ਕਰਦੀ ਹੈ, ਉਸ ਚੀਜ਼ ਨੂੰ ਤਾਂ ਅਸੀਂ ਖਤਮ ਕਰ ਸਕਦੇ ਹਾਂ। ਇੱਕ ਚੀਜ਼ ਹੈ ਵੀ ਅੰਦਰੋਂ ਹੀ ਸਾਡੀ ਕੋਈ ਚੀਜ਼ ਖਰਾਬ ਹੋ ਰਹੀ ਹੈ। ਓਕੇ। ਤਾਂ ਸਿਆਟਿਕਾ ਤਾਂ ਜੇ ਆਪਾਂ ਸਪਾਈਨ ਚੇਂਜ ਕਰਾਂਗੇ ਤਾਂ ਹੀ ਠੀਕ ਹੋਏਗੀ ਸਪਾਈਨ। ਹਾਂ, ਬਟ ਉਹਦੀ ਪ੍ਰੋਗਰੈਸ਼ਨ ਨੂੰ ਰੋਕ ਸਕਦੇ ਹਾਂ, ਉਹਨੂੰ ਸਲੋ ਕਰ ਸਕਦੇ ਹਾਂ, ਉਹਦੀ ਕੰਪਲਿਕੇਸ਼ਨਸ ਨੂੰ ਰੋਕ ਸਕਦੇ ਹਾਂ। ਜੋ ਡਿਸਕ ਡੈਸੀਕੇਸ਼ਨ ਹੋ ਗਈ ਉਹ ਤਾਂ ਪਰਮਾਨੈਂਟ ਹੈ। ਬਟ ਆਪਾਂ ਜਿਹੜੇ ਉਹ ਤੋਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਦੇ ਡੇਂਜਰਸ ਇਫੈਕਟ ਹੈ, ਜਿਵੇਂ ਲੈਟਰਿਨ ਬਾਥਰੂਮ ਦਾ ਕੰਟਰੋਲ ਚਲਾ ਜਾਣਾ ਜਾਂ ਲੱਤ ਸੁੱਕ ਜਾਣਾ ਜਾਂ ਪੈਰ, ਇਹਨਾਂ ਤੋਂ ਆਪਾਂ ਪੇਸ਼ੈਂਟ ਨੂੰ ਬਚਾਉਣਾ। ਪਰ ਸੇ ਸਿਆਟਿਕਾ ਸਿਰਫ ਨਰਵ ਪੇਨ ਸਾਨੂੰ ਕੁਝ ਨਹੀਂ ਕਹਿੰਦਾ ਹੈ ਕਿਉਂਕਿ ਉਹਨੇ ਵਿਦ ਟਾਈਮ ਚਲੇ ਜਾਣਾ ਹੈ ਜੀ। ਹਾਂ, ਬਾਕੀ ਤੁਹਾਨੂੰ ਦੱਸਿਆ ਜਿਹੜਾ ਇਹਦਾ ਲੇਟ ਇਫੈਕਟ ਆ ਉਹ 60-70 ਏਜ ਦੇ ਵਿੱਚ ਆਉਂਦਾ, ਜਦੋਂ ਕੈਨਾਲ ਸਟੋਸਿਸ ਹੋ ਜਾਂਦੀ ਹੈ ਤੇ ਪੇਸ਼ੈਂਟ ਨੂੰ ਤੁਰਨਾ ਫਿਰਨਾ ਦੀ ਦਿੱਕਤ ਹੋ ਜਾਂਦੀ ਹੈ। ਪਰ ਡਾਕਟਰ ਸਾਹਿਬ, ਆਮ ਤੌਰ ਤੇ ਅਸੀਂ ਦੇਖੀਦਾ ਕਿ ਕੋਈ ਸਾਨੂੰ ਕਹਿ ਦਿੰਦਾ ਸੇਕ ਦੇ ਲਓ, ਕੋਈ ਕਹਿੰਦਾ ਬਰਫ਼ ਲਾ ਲਓ। ਇਹ ਚੀਜ਼ਾਂ ਹੈਗੀਆਂ ਨੇ ਤੇ ਠੀਕ ਨੇ ਜੀ। ਕੀ ਬਰਫ਼ ਰੱਖਣੀ ਚਾਹੀਦੀ ਜਾਂ ਸੇਕ ਦੇਣਾ? ਸੇਕ ਵੀ ਦੇ ਸਕਦੇ ਹੋ, ਬਰਫ਼ ਵੀ ਰੱਖ ਸਕਦੇ ਹੋ, ਜਿਹੜਾ ਡਾਇਥਰਮੀ ਵੀ ਕਰ ਸਕਦੇ ਹੋ ਜਾਂ ਹੋਰ। ਇਹਨਾਂ ਦਾ ਰੋਲ ਲੇਕਿਨ ਸਿਰਫ ਪੇਨ ਕਿਲਰ ਜਿੰਨਾ ਹੈ। ਮਤਲਬ ਤੁਸੀਂ ਸੇਕ ਦੇ ਲਿਆ ਤਾਂ 7-8 ਘੰਟੇ ਤੁਹਾਡੇ ਠੀਕ ਲੱਗਣਗੇ, ਪਰ ਬੇਸਿਕ ਬਿਮਾਰੀ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਜਿਹੇ ਜੀ ਤੁਸੀਂ ਦਰਦ ਦੀ ਗੋਲੀ ਦੇ ਲਈ, ਜਿਹੇ ਜਿਹਾ ਸੇਕ ਦੇ ਲਿਆ। ਅੱਛਾ ਜੀ। ਹਾਂ। ਤੇ ਐਕਸਰਸਾਈਜ਼ਸ ਤੁਸੀਂ ਕਿੱਦਾਂ ਰਿਕਮੈਂਡ ਕਰੋਗੇ ਕਿ ਕਿਸੇ ਡਾਕਟਰ ਦੇ ਅੰਡਰ ਹੀ ਕੀਤੀਆਂ ਜਾਣ, ਕਿਸੇ ਯੋਗਾ ਇੰਸਟ੍ਰਕਟਰ ਦੇ ਅੰਡਰ ਕੀਤੀਆਂ ਜਾਣ, ਤੇ ਕਿੰਨੀਆਂ ਕੁ ਐਕਸਰਸਾਈਜ਼ ਕਿੱਦਾਂ ਦੀਆਂ ਕਰਨੀਆਂ ਚਾਹੀਦੀਆਂ ਇਸ ਪੇਸ਼ੈਂਟ ਨੂੰ? ਇਹ ਬੜਾ ਵਧੀਆ ਸਵਾਲ ਹੈ। ਦੇਖੋ, ਪਹਿਲੇ ਨੰਬਰ ਤੇ ਤਾਂ ਫਿਟ ਹੋਣਾ ਔਰ ਫਿਟ ਰਹਿਣਾ ਇੱਕ ਤਰ੍ਹਾਂ ਦਾ ਇੱਕ ਵੇ ਆਫ ਲਿਵਿੰਗ ਹੈ ਜੀ। ਠੀਕ ਹੈ। ਜਿਹੜੇ ਬੰਦੇ ਆਪਣੇ ਸਰੀਰ ਵੱਲ ਧਿਆਨ ਦਿੰਦੇ ਆ, ਆਪਣੇ ਆਪ ਨੂੰ ਫਿਟ ਰੱਖਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦਾ ਜੋ ਫਿਟਨੈਸ ਦਾ ਇੱਕ ਕਹਿ ਲਓ ਰੂਟੀਨ ਹੈ ਉਹ 15-20 ਸਾਲ ਦੀ ਉਮਰ ਤੋਂ ਹੀ ਸਟਾਰਟ ਹੋ ਜਾਂਦਾ ਹੈ। ਠੀਕ ਹੈ। ਤਾਂ ਫਿਟਨੈਸ ਦੇ ਵਿੱਚ ਜਿੱਥੇ ਬਾਕੀ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਜਿਵੇਂ ਟਾਈਮ ਨਾਲ ਸੌਣਾ, ਟਾਈਮ ਨਾਲ ਉੱਠਣਾ, ਖੁਸ਼ ਰਹਿਣਾ, ਵਧੀਆ ਖਾਣਾ ਖਾਣਾ, ਐਕਸਰਸਾਈਜ਼ ਕਰਨਾ, ਤਾਂ ਉਹਦੇ ਵਿੱਚ ਹੀ ਸਪਾਈਨ ਦੀਆਂ ਐਕਸਰਸਾਈਜ਼ ਆਉਂਦੀਆਂ। ਤੇ ਮੋਸਟ ਆਫ ਦੀਆਂ ਜੋ ਸਿੰਪਲ ਸਪਾਈਨ ਦੀਆਂ ਐਕਸਰਸਾਈਜ਼ ਆ, ਮੈਂ ਕਈ ਵਾਰ ਦੇਖਦਾ ਸੀ ਵੀ ਸਕੂਲਾਂ 'ਚ ਹੁੰਦੇ ਜਦੋਂ ਪੀਟੀ ਕਰਦੇ ਸੀ ਉਹ ਲਗਭਗ ਕਰਾਉਂਦੇ ਹੀ ਸੀਗੇ। ਕੋਈ ਬਹੁਤ ਕੰਪਲਿਕੇਟਡ ਜਾਂ ਇਹ ਨਹੀਂ ਹੈ, ਸਿਰਫ ਉਹਨਾਂ ਦੀ ਟਾਈਮਿੰਗ ਇੰਪੋਰਟੈਂਟ ਹੈ ਕਿ ਤੁਸੀਂ ਕਰਨੀਆਂ ਹੈ, ਰੈਗੂਲਰਿਟੀ ਇੰਪੋਰਟੈਂਟ ਹੈ ਜੀ। ਤੇ ਸਲੀਪਿੰਗ ਪੋਜੀਸ਼ਨਸ ਕੀ ਹੋਣੀਆਂ ਚਾਹੀਦੀਆਂ ਪੇਸ਼ੈਂਟ ਦੀਆਂ? ਸਲੀਪਿੰਗ ਪੋਜੀਸ਼ਨ ਪਰ ਸੇ ਬਹੁਤ ਕੋਈ ਰੋਲ ਨਹੀਂ ਹੈ। ਤੁਸੀਂ ਟੇਢੇ ਲੇਟ ਸਕਦੇ ਹੋ, ਈਵਨ ਸਿੱਧੇ ਵੀ ਲੇਟ ਸਕਦੇ ਹੋ। ਲਾਈਂਗ ਡਾਊਨ ਇਨ ਇਟਸੈਲਫ ਜੋ ਹੈ ਡਿਸਕਲ ਪ੍ਰੈਸ਼ਰ ਘੱਟ ਕਰ ਦਿੰਦੀ ਹੈ ਜੀ। ਤੇ ਕੋਈ ਨੈਚੁਰਲ ਵੇ ਹੈ ਇਸ ਤੋਂ ਉਭਰਨ ਦਾ? ਹਾਂ, ਨੈਚੁਰਲ ਵੇ ਹੈ ਇਹਦਾ। ਮੈਂ ਤੁਹਾਨੂੰ ਉਹੀ ਦੱਸਿਆ ਵੀ ਡਿਸਕ ਜਿਹੜੀ ਖਰਾਬ ਹੋਣੀ ਹੈ ਉਹਨੇ ਵਿਦ ਟਾਈਮ ਆਪਣੇ ਆਪ ਠੀਕ ਹੋ ਜਾਣਾ ਹੈ। ਬਟ ਆਪਾਂ ਡਿਸਕ ਹਿੱਲਣ ਤੋਂ ਰੋਕਣਾ ਹੈ, ਉਹ ਡਿਸਕ ਨੂੰ ਨਾੜ ਪ੍ਰੈਸ ਕਰਨ ਤੋਂ ਰੋਕਣਾ ਹੈ, ਨਾੜ ਨੂੰ ਡੈਡ ਹੋਣ ਤੋਂ ਰੋਕਣਾ ਹੈ। ਇਹ ਪ੍ਰੋਬਲਮ ਨਾ ਆਮ ਤੌਰ ਤੇ ਪਹਿਲਾਂ ਬਜ਼ੁਰਗਾਂ ਦੇ ਵਿੱਚ ਦੇਖੀ ਜਾਂਦੀ ਸੀ, ਹੁਣ ਬੱਚਿਆਂ ਤੇ ਯੰਗਸਟਰਸ ਦੇ ਵਿੱਚ ਵੀ ਉਹ ਬਿਮਾਰੀਆਂ ਦੇਖਣੀਆਂ ਆਪਾਂ ਨੂੰ ਮਿਲ ਗਈਆਂ ਜਿਹੜੀਆਂ ਪਹਿਲਾਂ ਸੁਣੀਆਂ ਜਾਂਦੀਆਂ ਸੀਗੀਆਂ ਕਿ ਇਹ ਤਾਂ 50 ਸਾਲ ਤੋਂ ਬਾਅਦ ਹੁੰਦੀਆਂ, ਇਹ ਤਾਂ 60 ਸਾਲ ਤੋਂ ਬਾਅਦ ਹੁੰਦੀਆਂ। 25-25, 30-30 ਸਾਲ ਦੀ ਉਮਰ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਆਉਣ ਲੱਗ ਗਈਆਂ। ਇਸ ਦਾ ਤੁਹਾਨੂੰ ਕਾਰਨ ਕੀ ਲੱਗਦਾ?
ਇਸ ਦੇ ਕਈ ਸਾਰੇ ਕਾਰਨ, ਆਈ ਥਿੰਕ ਸਭ ਤੋਂ ਵੱਡਾ ਕਾਰਨ ਤਾਂ ਚੇਂਜ ਲਾਈਫ ਸਟਾਈਲ ਹੀ ਹੈ। USA ਦੀ ਮੈਂ ਇੱਕ ਸਟੱਡੀ ਪੜ੍ਹ ਰਿਹਾ ਸੀ, ਉਹ ਕਹਿੰਦੇ ਸਾਡੇ ਸਪਾਈਨ ਫਿਊਜ਼ਨ ਦੇ ਰੇਟ ਡਬਲ ਹੋ ਜਾਣਗੇ ਜਦੋਂ ਜੋ ਕੰਪਿਊਟਰ ਵਾਲੀ ਜਨਰੇਸ਼ਨ ਐਜ਼ ਕੰਪੇਅਰ ਟੂ ਨਾਨ ਕੰਪਿਊਟਰ ਵਾਲੀ ਜਨਰੇਸ਼ਨ। ਅੱਜ ਕੱਲ੍ਹ ਇੱਕ ਮਤਲਬ 4 ਮਹੀਨੇ ਦੇ ਬੱਚੇ ਦੇ ਹੱਥ 'ਚ ਫੋਨ ਹੈ, ਉਹ ਗੇਮ ਦੇਖ ਰਿਹਾ। ਤਾਂ ਬੇਸਿਕਲੀ ਬੈਡ ਪੋਸਚਰ, ਖਾਣ ਪੀਣ ਦਾ ਜੋ ਪ੍ਰੋਪਰ ਕਹਿ ਲਓ ਤਰੀਕਾ ਨਾ ਹੋਣਾ ਤੇ ਲੈਕ ਆਫ ਐਕਸਰਸਾਈਜ਼ ਦੇ ਕਾਰਨ ਹੈ। ਪਹਿਲਾਂ ਇਹ ਨਹੀਂ ਸੀਗੇ, ਹੁਣ ਹੈਗੇ ਆ ਜੀ। ਤੇ ਫੂਡ ਕਿੱਦਾਂ ਦਾ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਇਸ ਪ੍ਰੋਬਲਮ ਫੂਡ ਸਿਰਫ ਇਸ ਪ੍ਰੋਬਲਮ ਤੋਂ ਹੀ ਨਹੀਂ, ਫੂਡ ਮੇਰੇ ਖਿਆਲ ਸੇ ਓਵਰਆਲ ਵੀ ਰਿਚ ਇਨ ਐਂਟੀਆਕਸੀਡੈਂਟਸ ਹੋਣਾ ਚਾਹੀਦਾ, ਨੈਚੁਰਲ ਫੂਡ ਹੋਣਾ ਚਾਹੀਦਾ। ਮਤਲਬ ਸਬਜ਼ੀਆਂ, ਫਰੂਟ ਜਿਹੜੇ ਨੈਚੁਰਲ ਹੈ, ਅਨਕੁਕਡ ਖਾਸ ਕਰਕੇ ਹੈਗੇ ਆ ਜਿਹੜੇ, ਉਹ ਮਤਲਬ ਜਿਹ 'ਚ ਵੀ ਐਂਟੀਆਕਸੀਡੈਂਟਸ ਜ਼ਿਆਦਾ ਹੈ। ਔਰ ਤੋਂ ਸੈਕਿੰਡ ਸ਼ਾਇਦ ਮੈਂ ਇੱਕ ਹੋਰ ਚੀਜ਼ ਐਡ ਕਰਨੀ ਚਾਹੁੰਦਾ, ਖਾਸ ਕਰਕੇ ਸਪਾਈਨ ਜਾਂ ਹੱਡੀਆਂ ਦੇ ਰਿਲੇਸ਼ਨ 'ਚ ਮਿਲਕ ਐਡੀਕੁਏਟ ਹੋਣਾ ਚਾਹੀਦਾ। ਖਾਸ ਕਰਕੇ ਲੜਕੀਆਂ 'ਚ ਪ੍ਰੋਬਲਮ ਆਉਂਦੀ ਹੈ, ਉਹ ਦੁੱਧ ਪੀਂਦੀਆਂ ਹੀ ਨਹੀਂ ਹੈਗੀਆਂ। तो एक मैंने पेशेंट ऑपरेट किया था, वो जस्ट एक ऑटो पलटा था, वो कल ही लड़की मेरे को दिखा के गई थी। 10 सवारियां से आई थिंक, बाकी किसी ने कुछ नहीं हुआ, ਉਹਦੀ ਕੱਲੀ ਦੀ ਹੱਡੀ ਟੁੱਟੀ ਕਿਉਂਕਿ ਹੱਡੀਆਂ 'ਚ ਜਾਨ ਹੀ ਹੈ ਨਹੀਂ ਸੀ। ਅੱਛਾ ਜੀ। ਹਾਂ, तो ਮਿਲਕ ਪ੍ਰੋਡਕਟਸ हैं ਜਾਂ ਇਹਨਾਂ 'ਚ ਖਾਸ ਕਰਕੇ ਕੈਲਸ਼ੀਅਮ ਹੁੰਦਾ ਹੈ। ਔਰ ਦੂਸਰਾ ਮੈਂ ਜਿਵੇਂ ਤੁਹਾਨੂੰ ਦੱਸਿਆ सन एक्सपोजर है। अगर स्पाइन के रिलेशन बात करिए, अगर डिस्क डेसिकेशन पर से के रिलेशन बात करिए, कोई बहुत ज़्यादा फूड का रोल नहीं है, बट डेफिनेटली फूड रिच इन एंटीऑक्सीडेंट्स हमेशा। आम तौर पे कहते हैं ना बाय वाली चीज़ां नहीं खाणियां। नहीं, डॉक्टरी सूलों के हिसाब ਨਾਲ ਬਾਏ ਦਾ ਕੋਈ ਕਨਸੈਪਟ ਨਹੀਂ ਹੈ ਸਾਡਾ। ਜੋ ਬੇਸਿਕਲੀ ਕਨਸੈਪਟ ਹੈ ਉਹ ਆਕਸੀਡੇਟਿਵ ਸਟ੍ਰੈਸ ਔਰ ਐਂਟੀਆਕਸੀਡੈਂਟਸ ਦਾ ਹੈ ਜੀ। ਐਂਟੀ ਜਿਵੇਂ ਆਪਾਂ ਸਕਿਨ ਲਈ ਕਹਿੰਦੇ ਆ ਵੀ ਵਧੀਆ ਖਾਣਾ ਖਾਓ ਤਾਂ ਸਕਿਨ ਗਲੋ ਕਰੇਗੀ। ਤਾਂ ਬੇਸਿਕਲੀ ਜੋ ਐਂਟੀਆਕਸੀਡੈਂਟਸ ਹੈ ਇਹ ਕਿਤੇ ਨਾ ਕਿਤੇ ਆਪਣੀ ਏਜਿੰਗ ਨੂੰ ਰੋਕਦੇ ਹੈਗੇ ਆ। ਆਪਾਂ ਨੈਚੁਰਲ ਵਿਟਾਮਿਨ ਡੀ ਦੀ ਗੱਲ ਕਰ ਰਹੇ ਹਾਂ, ਸਨ ਦੇ ਕੋਲ ਬੈਠਣਾ, ਕਿਹੜਾ ਟਾਈਮ ਬੈਸਟ ਹੈ ਵਿਟਾਮਿਨ ਡੀ ਲੈਣ ਦੇ ਲਈ? ਔਰ ਘੱਟੋ ਘੱਟ ਜਿਹਦੀਆਂ ਹੱਡੀਆਂ ਕਮਜ਼ੋਰ ਹੈ ਉਸ ਪੇਸ਼ੈਂਟ ਨੂੰ ਕਿੰਨੀ ਦੇਰ ਰੋਜ਼ ਸਨਲਾਈਟ ਦੇ ਵਿੱਚ ਬਹਿਣਾ ਚਾਹੀਦਾ? ਆਈ ਥਿੰਕ ਮਾਰਨਿੰਗ ਇਜ਼ ਦੀ ਬੈਸਟ ਟਾਈਮ ਹੈ ਔਰ 1 ਤੋਂ 2 ਘੰਟੇ ਬੈਠਣਾ ਚਾਹੀਦਾ ਹੈ। ਅਗਰ ਕਿ ਨਹੀਂ ਵੀ ਬੈਠ ਸਕਦੇ ਤਾਂ ਟਾਈਮ ਟੂ ਟਾਈਮ ਤੁਸੀਂ ਵਿਟਾਮਿਨ D3 ਸਪਲੀਮੈਂਟਸ ਵੀ ਲੈ ਸਕਦੇ ਹੋ। ਬਟ ਐਟਲੀਸਟ ਜਦੋਂ ਵੀ ਆਪਾਂ ਬੈਕ ਪੇਨ ਦੀ ਗੱਲ ਕਰਦੇ ਹਾਂ ਤਾਂ ਇਹ ਚੀਜ਼ ਹਮੇਸ਼ਾ ਸਾਡੇ ਜ਼ਿਹਨ 'ਚ, ਸਾਡੇ ਦਿਮਾਗ 'ਚ ਹੋਣੀ ਚਾਹੀਦੀ ਹੈ। ਹਰ ਬੈਕ ਪੇਨ ਸ਼ੈਟਿਕਾ ਨਹੀਂ ਹੁੰਦਾ, ਹਰ ਬੈਕ ਪੇਨ ਡਿਸਕ ਪੇਨ ਨਹੀਂ ਹੁੰਦਾ, ਤਾਂ ਬਾਕੀ ਜਿਹੜੇ ਕਾਜ਼ਸ ਹੈ ਉਹ ਵੀ ਰੂਲ ਆਊਟ ਹੋਣੇ ਚਾਹੀਦੇ ਹਨ। ਆਮ ਤੌਰ ਤੇ ਬੈਲਟ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਬੈਲਟ ਲਗਾ ਲਓ। ਬੈਲਟ ਵੀ ਹਰ ਪੇਸ਼ੈਂਟ ਨੂੰ ਲਗਾਉਣੀ ਚਾਹੀਦੀ ਹੈ ਕਿ ਡਾਕਟਰ ਦੀ ਪਰਮਿਸ਼ਨ ਦੇ ਨਾਲ ਲਾਉਣੀ ਚਾਹੀਦੀ ਹੈ? ਬੈਲਟ ਦੇ ਫਾਇਦੇ ਵੀ ਹੈ ਤੇ ਨੁਕਸਾਨ ਵੀ ਹੈ। ਬੈਲਟ ਦਾ ਫਾਇਦਾ ਤਾਂ ਇਹੀ ਹੈ ਵੀ ਕਿਤੇ ਨਾ ਕਿਤੇ ਬੈਲਟ ਜਰਕ ਤੋਂ ਬਚਾਉਂਦੀ ਹੈ ਜੀ। ਬਟ ਬੈਲਟ ਦਾ ਨੁਕਸਾਨ ਇਹ ਹੈ ਵੀ ਜਿਹੜੇ ਸਾਡੇ ਪੈਰਾਸਪਾਈਨਲ ਮਸਲ ਹੈ ਉਹਨਾਂ ਦੀ ਅਟਰੋਫੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਦੋਂ ਆਪਾਂ ਬੈਲਟ ਤੇ ਪ੍ਰੈਸ਼ਰ ਆ ਗਿਆ ਤਾਂ ਉਹਨਾਂ ਦਾ ਡਿਸਯੂਜ਼ ਅਟਰੋਫੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਜੋ ਮੇਰੀ, ਹਾਲਾਂਕਿ ਇਹ ਕੰਟਰੋਵਰਸ਼ੀਅਲ ਦਾ ਟੌਪਿਕ ਹੈ, ਅਗਰ ਆਪਾਂ ਸਪਾਈਨ ਸਰਜਨ 'ਚ ਵੀ ਜਾਈਏ ਤਾਂ ਮੇਰੀ ਰਿਕਮੈਂਡੇਸ਼ਨ ਇਹ ਹੈ ਵੀ ਦਿਨ 'ਚ 4-5 ਘੰਟੇ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ, ਸਫ਼ਰ ਕਰਦੇ ਹੋ, ਉਦੋਂ ਲਾ ਲਓ, ਵੈਸੇ ਨਾ ਲਾਓ। ਜਦ ਕਿ ਲੋਕਾਂ ਦਾ ਉਲਟ ਹੁੰਦਾ ਹੈ, ਉਹ ਘਰੇ ਲਾਈ ਰੱਖਣਗੇ, ਜਦੋਂ ਬਾਹਰ ਨਿਕਲਣਗੇ ਲੱਗੇਗਾ ਵੀ ਸ਼ਰਮ ਆਉਂਦੀ ਹੈ, ਲੋਕ ਦੇਖਣਗੇ ਉਦੋਂ ਉਤਾਰ ਦਿੰਦੇ ਆ। ਤਾਂ ਮਤਲਬ ਉਹ ਤਾਂ ਬਿਲਕੁਲ ਹੀ ਗਲਤ ਹੈ। ਬਿਲਕੁਲ ਠੀਕ। ਡਾਕਟਰ ਸਾਹਿਬ ਆਮ ਤੌਰ ਤੇ ਦੇਖਣ ਚਾਹੁੰਦਾ ਹੈ ਜਿਹੜੇ ਪੇਸ਼ੈਂਟ ਨੂੰ ਬੈਕ ਦੀ ਪ੍ਰੋਬਲਮ ਹੋ ਜਾਂਦੀ ਜਾਂ ਸਿਆਟਿਕਾ ਪ੍ਰੋਬਲਮ ਹੋ ਜਾਂਦੀ ਆ, ਉਹ ਜ਼ਿਆਦਾ ਬਹਿਣ ਦੇ ਕਾਰਨ ਉਹ weight gain ਕਰਨ ਲੱਗ ਜਾਂਦੇ ਤੇ weight gain ਕਰਨ ਦੇ ਨਾਲ ਉਹਨਾਂ ਨੂੰ ਇਦਾਂ ਲੱਗਦਾ ਕਿ ਹੁਣ ਜ਼ਿਆਦਾ ਭਾਰ ਪਾਣ ਲੱਗ ਪਿਆ। ਪਤਲੇ ਹੋਣਾ ਵੀ ਬਹੁਤ ਜ਼ਰੂਰੀ ਹੈ ਬੈਕ ਦੀਆਂ ਬਿਮਾਰੀਆਂ ਨੂੰ ਹਟਾਉਣ ਦੇ ਲਈ। ਬਿਲਕੁਲ ਠੀਕ ਸਵਾਲ ਹੈ ਤੁਹਾਡਾ। ਪਹਿਲੀ ਗੱਲ ਤਾਂ ਹਰ ਬੰਦੇ ਨੂੰ ਆਪਣਾ ਆਈਡੀਅਲ ਬੋਡੀ weight ਪਤਾ ਹੋਣਾ ਚਾਹੀਦਾ ਹੈ। ਓਕੇ। 25 ਸਾਲ ਦੀ ਉਮਰ ਤੱਕ ਐਟਲੀਸਟ ਮੈਂ ਕਹਿੰਦਾ ਐਕਚੁਅਲੀ ਫਰਕ ਸਵਾ 20-30 ਸਾਲਾਂ ਦਾ ਹੀ ਰਹਿ ਜਾਂਦਾ। ਜੋ ਕੰਮ ਆਪਾਂ ਨੂੰ 25 ਸਾਲ ਦੀ ਉਮਰ 'ਚ ਕਰਨਾ ਚਾਹੀਦਾ ਉਹ ਆਪਾਂ 55 ਸਾਲ ਦੀ ਉਮਰ 'ਚ ਕਰਦੇ ਹਾਂ। ਤੇ ਆਈਡੀਅਲ ਬੋਡੀ weight ਤੁਹਾਡਾ ਜੋ ਹੈ, ਯੂਅਰ ਹਾਈਟ ਇਨ ਸੈਂटीमीटर्स, उसमें से आगे से 1 हटा दो। ਅੱਛਾ ਜੀ। ਮਤਲਬ 5 ਫੁੱਟ ਦੇ ਬੰਦੇ ਲਈ 50 ਕਿਲੋ, 5 ਫੁੱਟ 4 ਇੰਚ ਦੇ ਬੰਦੇ ਲਈ 60 ਕਿਲੋ, 5 ਫੁੱਟ 8 ਇੰਚ, ਮਤਲਬ 5 ਫੁੱਟ ਔਰ 5 ਫੁੱਟ 4 ਇੰਚ ਜਨਰਲੀ ਲੇਡੀਜ਼ ਆਉਂਦੀਆਂ ਇਸ ਤੇ 5 ਫੁੱਟ ਜੋ ਹੈ 8 ਇੰਚ ਦੇ ਬੰਦੇ ਲਈ, ਮੈਂ ਜਿਸ ਕੈਟਾਗਰੀ ਜਾਨਾ 70 ਕਿਲੋ, 6 ਫੁੱਟ ਦੇ ਬੰਦੇ ਲਈ 80 ਕਿਲੋ, ਹੈ ਨਾ। ਤਾਂ ਇਹ weight ਹੈ। ਪਰ ਹੁੰਦਾ ਕੀ ਹੈ ਕਿ 5 ਫੁੱਟ ਦੀ ਮਾਤਾ ਆਉਂਦੀ ਹੈ ਸਾਡੇ ਕੋਲ 100 ਕਿਲੋ ਦੀ, ਜਿਸ ਕੋਲ 50 ਕਿਲੋ ਦੇ ਹੋਣਾ ਚਾਹੀਦਾ ਉਹ 100 ਕਿਲੋ ਦੀ ਹੁੰਦੀ ਹੈ। ਰੀਜ਼ਨ ਇਹੀ ਹੈ ਕਿ ਕਿਤੇ ਨਾ ਕਿਤੇ ਖਾਸ ਕਰਕੇ ਇੰਡੀਅਨ ਸਿਨੈਰੀਓ 'ਚ ਬਾਤ ਕਰਾਂਗੇ, ਲੋਕਾਂ 'ਚ ਅਵੇਅਰਨੈਸ ਹੀ ਨਹੀਂ ਹੈ। तो बहुत सारे लोगों को अगर तुम पूछोगे भाई तेरा वेट आइडियल की होना चाहिए, उन्हें पता ही नहीं है जी। ਆਮ ਤੌਰ ਤੇ ਡਾਕਟਰ ਸਾਹਿਬ ਦੇਖਣ ਚਾਹੁੰਦਾ ਹੈ ਕਿ ਜਿਹੜੇ ਲੋਕ ਇਸ ਪੇਨ ਚੋਂ ਗੁਜ਼ਰਦੇ ਨੇ ਹਨਾ, ਤੇ ਉਹਨਾਂ ਨੂੰ ਇਹ ਵਹਿਮ ਹੁੰਦਾ ਹੈ ਕਿ ਇੰਨੀ ਟਾਈਮ ਦੀ ਜਾਂ ਕੋਈ ਹੋਰ ਵੀ ਬਿਮਾਰੀ ਮੈਂ ਦੇਖੀ ਹੈ ਜਦੋਂ ਕਿਸੇ ਨੂੰ ਕਾਫੀ ਟਾਈਮ ਮੈਡੀਸਿਨਸ ਖਾਣੀਆਂ ਪੈਂਦੀਆਂ ਨੇ, ਡਾਕਟਰ ਰਿਕਮੈਂਡ ਕਰਦੇ ਨੇ ਮੈਡੀਸਿਨਸ, ਉਹਨਾਂ ਦਾ ਜਵਾਬ ਹੁੰਦਾ ਹੈ ਕਿ ਮੈਂ ਇੰਨੀਆਂ ਦਵਾਈਆਂ ਖਾ ਲਈਆਂ ਕਿਤੇ ਹੁਣ ਮੇਰਾ ਕੋਈ ਹੋਰ ਨੁਕਸਾਨ ਨਾ ਹੋਣ ਲੱਗ ਜਾਵੇ, ਮੇਰੀ ਤਾਂ ਬਹੁਤ ਟਾਈਮ ਦੀ ਦਵਾਈ ਚੱਲਦੀ ਪਈ, ਕਿਤੇ ਮੇਰੀਆਂ ਕਿਡਨੀਆਂ ਤੇ ਇਫੈਕਟ ਨਾ ਕਰ ਜਾਵੇ। ਆਮ ਤੌਰ ਤੇ ਫਿਰ ਆਂਢ ਗੁਆਂਢ ਵੀ ਵਹਿਮ ਪਾ ਦਿੰਦਾ ਇੰਨਾ ਟਾਈਮ ਦਵਾਈ ਨਹੀਂ ਖਾਈਦੀ। ਦੇਖੋ ਜੀ, ਜੇ ਤਾਂ ਤੁਸੀਂ ਕਿਸੇ ਕੁਆਲੀਫਾਈਡ ਬੰਦੇ ਕੋਲ ਜਾਓਗੇ ਤਾਂ ਉਹ ਮੈਡੀਸਨ ਤੁਹਾਨੂੰ ਉਹੀ ਦੇਗਾ ਜਿਹੜੀ ਸੇਫ ਹੈ। ਡੈਫੀਨੇਟਲੀ ਪੇਨ ਕਿਲਰਸ, ਮੈਂ ਤਾਂ ਖੁਦ ਹੀ ਐਜ਼ ਏ ਨਿਊਰੋਸਰਜਨ, ਮੈਨੂੰ 10 ਸਾਲ ਹੋ ਗਏ ਪ੍ਰੈਕਟਿਸ, ਅੱਜ ਤੱਕ ਮੈਂ ਕਿਸੇ ਨੂੰ
ਕੰਟੀਨਿਊਸ ਪੇਨ ਕਿਲਰ ਨਹੀਂ, ਤੇ ਉਹਨੂੰ ਦੱਸ ਕੇ ਦਿੱਤਾ ਜਾਂਦਾ ਬੀਬੀ ਆ ਦਰਦ ਦੀ ਦਵਾਈ ਹੈ, ਦਰਦ ਹੋਣ ਤੇ ਹੀ ਲੈਣੀ ਹੈ ਤੇ ਹਫਤੇ 'ਚ 1-2 ਤੋਂ ਜ਼ਿਆਦਾ ਨਹੀਂ ਲੈਣੀਆਂ। ਬਟ ਜਿਹੜੀਆਂ ਦੂਸਰੀਆਂ ਮੈਡੀਸਨ ਹੈ ਜਿਵੇਂ ਪੇਨ ਮੋਡੂਲੇਟਰਸ ਹੈ ਜਾਂ ਐਂਟੀ ਡਿਪਰੈਸੈਂਟਸ ਹੈ, ਉਹ ਬੜੀਆਂ ਸੇਫ ਹੈ। ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਵੀ ਹੈ, ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੋਈ ਐਸਾ ਮੇਜਰ ਸਾਈਡ ਇਫੈਕਟ ਨਹੀਂ ਹੈ। ਤਾਂ ਉਸ ਦੇ ਬਾਵਜੂਦ ਵੀ ਤੁਸੀਂ ਰੈਗੂਲਰ ਕੁਆਲੀਫਾਈਡ ਬੰਦੇ ਨੂੰ ਮਿਲਦੇ ਹੋ ਤਾਂ ਹਮੇਸ਼ਾ ਤੁਹਾਡੇ ਤੋਂ ਕੁਝ ਕੁਐਸਚਨ ਪੁੱਟ ਕਰਦਾ, ਕੁਝ ਟੈਸਟ ਕਰਾਉਂਦਾ ਇਹ ਦੇਖਣ ਲਈ ਵੀ ਸਾਈਡ ਇਫੈਕਟ ਤਾਂ ਨਹੀਂ ਆ ਰਿਹਾ। ਅਗਰ ਕੋਈ ਐਸਾ ਦੀ ਗੱਲ ਹੁੰਦੀ ਹੈ ਤਾਂ ਉਹ ਮੈਡੀਸਨ ਰੋਕ ਦਿੱਤੀ ਜਾਂਦੀ ਹੈ। ਕਦੇ ਵੀ ਕੋਈ ਮੈਡੀਸਨ 100 ਦੇ 100 ਬੰਦਿਆਂ ਲਈ ਨਹੀਂ ਬਣੀ ਹੁੰਦੀ ਹੈ, ਉਹ 70 ਜਾਂ 80 ਲਈ ਹੀ ਬਣੀ ਹੁੰਦੀ ਹੈ। ਤੇ ਜੇ ਤੁਸੀਂ ਰੈਗੂਲਰ ਕੁਆਲੀਫਾਈਡ ਬੰਦੇ ਦੀ ਟੱਚ ਹੋ ਤਾਂ ਡੈਫੀਨਿਟਲੀ ਪਹਿਲੇ ਨੰਬਰ ਤੇ ਤਾਂ ਉਹ ਮੈਡੀਸਨ ਹੀ ਇਹੋ ਜਿਹੀ ਦੇਗਾ ਸਾਈਡ ਇਫੈਕਟ ਨਾ ਆਏ। ਦੂਸਰੇ ਨੰਬਰ ਤੇ ਜੇ ਆਏਗਾ ਤਾਂ ਉਹਨੂੰ ਅਰਲੀ ਉਹ ਡਿਟੈਕਟ ਕਰਕੇ ਡਿਸਕੰਟੀਨਿਊ ਕਰ ਦੇਗਾ। ਜੀ ਡਾਕਟਰ ਸਾਹਿਬ, ਅਸੀਂ ਗੱਲ ਕੀਤੀ ਸੀਗੀ ਕਿ ਜਿਨ੍ਹਾਂ ਨੂੰ ਸ਼ੈਟਿਕਾ ਪੇਨ ਹੁੰਦੀ ਆ ਜਾਂ ਬੈਕ ਰਿਲੇਟਡ ਚਲੋ ਕੋਈ ਹੋਰ ਵੀ ਪ੍ਰੋਬਲਮ ਹੁੰਦੀ ਆ, ਡਾਂਸ ਵਗੈਰਾ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ, ਜ਼ਿਆਦਾ ਟੱਪਣਾ ਨਹੀਂ ਚਾਹੀਦਾ। ਕਈਆਂ ਦੀ ਫੀਲਡ ਹੀ ਇਦਾਂ ਦੀ ਹੁੰਦੀ ਆ, ਉਹ ਪਲੇਅਰ ਹੁੰਦੇ ਆ, ਉਹ ਡਾਂਸ ਟੀਚਰ ਹੁੰਦੇ ਆ ਜਾਂ ਡਾਂਸ ਸਟੂਡੈਂਟ ਹੁੰਦੇ ਆ, ਉਹਨਾਂ ਨੂੰ ਫਿਰ ਕਿੰਨੇ ਟਾਈਮ ਬਾਅਦ ਆਪਣੀ ਫੀਲਡ ਵਿੱਚ ਬੈਕਅਪ ਆਉਣਾ ਕਰਨਾ ਚਾਹੀਦਾ, ਕਮ ਬੈਕ ਜਿਹਨੂੰ ਆਪਾਂ ਕਹਿੰਦੇ? ਪਹਿਲੇ ਨੰਬਰ ਤੇ ਇਹ ਹੈ ਵੀ ਸਪੋਰਟਸ ਪਰਸਨ ਨੂੰ ਔਰ ਡਾਂਸ ਟੀਚਰ ਨੂੰ ਇਹ ਬਿਮਾਰੀ ਹੁੰਦੀ ਨਹੀਂ। ਅੱਛਾ ਜੀ। ਕਿਉਂਕਿ ਉਹਨਾਂ ਦੀ ਬੋਡੀ ਇੰਨੀ ਫਲੈਕਸੀਬਲ ਹੈ। ਪਰ ਜੇ ਹੋ ਵੀ ਜਾਵੇ ਤਾਂ ਡੈਫੀਨਿਟਲੀ ਫਿਰ ਉਹਨਾਂ ਨੂੰ 1 ਤੋਂ 2 ਸਾਲ ਦਾ ਬ੍ਰੇਕ ਘੱਟੋ ਘੱਟ ਲੈਣਾ ਪੈਂਦਾ ਹੈ। ਇਹ ਚੀਜ਼ ਤੇ ਇਹ ਵੀ ਆ ਜਾਂਦਾ ਫਿਰ ਕੁੜੀਆਂ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਹਾਈ ਹੀਲ ਨਹੀਂ ਹੁਣ ਪਾਉਣੀਆਂ, ਫਲੈਟ ਸ਼ੂਜ਼ ਪਾਉਣੇ ਆ। ਮੁੰਡਿਆਂ ਨੂੰ ਵੀ ਕਹਿ ਦਿੱਤਾ ਜਾਂਦਾ ਵੱਡੀ ਸੋਲ ਵਾਲੇ ਨਹੀਂ ਪਾਉਣੇ। ਕਿੱਦਾਂ ਦੇ ਫੁੱਟਵੇਅਰ? ਮੈਂ ਤੁਹਾਨੂੰ ਹੁਣੇ ਬਾਇਓ ਮਕੈਨਿਕਸ ਦੀ ਗੱਲ ਕੀਤੀ ਸੀ। ਹਾਂਜੀ, ਜੋ ਨੈਚੁਰਲ ਆਪਣਾ ਫੁੱਟ ਹੈ ਇਹ ਬਾਇਓ ਮਕੈਨਿਕਸ ਦੇ ਲਈ ਬਿਲਕੁਲ ਠੀਕ ਹੈ। ਜੇ ਹੁਣ ਆਪਾਂ ਇਹਦੇ ਨਾਲ ਕੁਝ ਵੀ ਛੇੜਛਾੜ ਕਰਾਂਗੇ ਤਾਂ ਡੈਫੀਨਿਟਲੀ ਤੁਹਾਡੀ ਬਾਇਓ ਮਕੈਨਿਕਸ ਵਿਗੜੇਗੀ। ਉਹਦੇ ਨਾਲ ਤੁਹਾਡਾ ਐਕਸਟਰਾ ਸਟ੍ਰੇਨ ਸਾਰੇ ਜੁਆਇੰਟਸ ਤੇ ਹੀ ਪਏਗਾ। ਤੁਹਾਡਾ weight ਉੱਪਰ ਤੋਂ ਲੈ ਕੇ ਨੀਚੇ ਤੱਕ, ਕੱਲੀ ਸਪਾਈਨ ਹੀ ਨਹੀਂ, ਤੁਹਾਡੇ ਹਿਪ ਔਰ ਨੀ ਨੂੰ ਵੀ ਉਹ ਬੈਡਲੀ ਇਫੈਕਟ ਕਰੇਗਾ। ਤੋਂ ਅਸੀਂ ਤਾਂ ਹਾਈ ਹੀਲ ਵਗੈਰਾ ਬਿਲਕੁਲ ਵੀ ਰਿਕਮੈਂਡ ਨਹੀਂ ਕਰਦੇ ਹਾਂ। ਜੋ ਨਾਰਮਲ ਤੁਹਾਡੇ ਫੁੱਟ ਸ਼ੇਪ ਦਾ ਫੁੱਟਵੀਅਰ ਹੋਣਾ ਚਾਹੀਦਾ ਹੈ, ਇਹ ਚੀਜ਼ ਹੈ। ਠੀਕ ਹੈ। ਤੇ ਕਈ ਵਾਰੀ ਹੁੰਦਾ ਹੈ ਕਿ ਜਦੋਂ ਤੁਹਾਡੀ ਬੈਕ ਪੇਨ ਹੋ ਰਹੀ ਹੈ ਉਹ ਅੱਪਰ ਸਾਈਡ ਤੇ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ, ਸਾਰੀ ਬਾਡੀ ਪੇਨ ਕਰਨ ਲੱਗ ਜਾਂਦੀ, ਉਹਦਾ ਕਾਰਨ? ਜਿਹੜੀ ਅਪਰ ਸਾਈਡ ਤੇ ਪੇਨ ਹੈ ਉਹਦਾ ਕਾਰਨ ਸਰਵਾਈਕਲ ਸਪੌਂਡਿਲੋਸਿਸ ਵੀ ਹੋ ਸਕਦਾ, ਜਿਹਨੂੰ ਆਮ ਦੇਸੀ ਲੈਂਗੁਏਜ ਲੋਕ ਸਰਵਾਈਕਲ ਕਹਿ ਦਿੰਦੇ ਆ ਜੀ। ਜਾਂ ਉਹਦਾ ਕਾਰਨ ਕਈ ਵਾਰ ਸਟ੍ਰੈਸ ਨਾਲ ਰਿਲੇਟਡ ਵੀ ਹੋ ਸਕਦਾ ਹੈ, ਬੈਡ ਪੋਸਚਰ ਵੀ ਹੋ ਸਕਦਾ ਹੈ, ਸਟ੍ਰੈਸ ਨਾਲ ਰਿਲੇਟਡ ਵੀ ਹੋ ਸਕਦਾ ਹੈ। ਐਕਚੁਅਲੀ ਜੋ ਹੈਡ ਦਾ ਪੇਨ ਹੈ ਉਹ ਨੈਕ ਤੇ ਅਪਰ ਬੈਕ 'ਚ ਜਾ ਸਕਦਾ ਹੈ, ਜਾਂ ਅਪਰ ਬੈਕ ਤੇ ਨੈਕ ਦਾ ਪੇਨ ਜੋ ਹੈ ਉਹ ਹੈਡ ਦੇ ਵਿੱਚ ਜਾ ਸਕਦਾ। ਉਹ 'ਚ ਵੀ ਅਗੇਨ ਡਾਇਗਨੋਸਿਸ ਬਹੁਤ ਜ਼ਰੂਰੀ ਹੈ ਜੀ। ਸਿਰਫ ਉਹਨੂੰ ਕੱਲਾ ਨੈਕ ਪੇਨ ਹੀ ਹੈ ਜਾਂ ਨੈਕ ਪੇਨ ਦੇ ਨਾਲ ਜਿਵੇਂ ਗੁੱਸਾ ਬਹੁਤ ਆਉਂਦਾ ਹੈ, ਨੀਂਦ ਨਹੀਂ ਆਉਂਦੀ, ਬਾਕੀ ਪ੍ਰੋਬਲਮਸ ਵੀ ਹੈ, ਤਾਂ ਉਹਦੇ ਵਿੱਚ ਵੀ ਬਹੁਤ ਸਾਰੀ ਡਿਫਰੈਂਸ਼ੀਅਲ ਡਾਇਗਨੋਸਿਸ ਬਣਦੀ ਹੈ। ਤਾਂ ਐਕਚੁਅਲੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਡਾਕਟਰ ਉਹੀ ਵਧੀਆ ਜਿਹਦੀ ਡਾਇਗਨੋਸਿਸ ਵਧੀਆ। ਬਿਲਕੁਲ। ਤਾਂ ਸਾਰੀ ਕਹਾਣੀ ਡਾਇਗਨੋਸਿਸ ਤੇ ਟਿਕੀ ਹੋਈ ਹੈ। ਟ੍ਰੀਟਮੈਂਟ ਤਾਂ ਚਾਹੇ ਤੁਸੀਂ ਗੂਗਲ ਸਰਚ ਕਰ ਲਓ, ਬਿਲਕੁਲ, ਜੇ ਤੁਸੀਂ ਡਾਇਗਨੋਸ ਸਹੀ ਕਰ ਲਿਆ ਬਿਮਾਰੀ ਤਾਂ ਤੁਸੀਂ ਕਹਿ ਲਓ 70% ਤੁਸੀਂ ਕੰਮ ਕਰ ਲਿਆ ਹੈ। ਤਾਂ ਮੋਸਟ ਆਫ ਦੀ ਟਾਈਮ ਜੋ ਮੇਰੀ ਵੀ ਪ੍ਰੈਕਟਿਸ ਦੇ ਵਿੱਚ ਇਹ ਹੈ ਕਿ ਅਗਰ ਇੰਡੀਅਨ ਸਿਨੈਰੀਓ 'ਚ ਗੱਲ ਕरें ਤਾਂ ਬਹੁਤ ਸਾਰੀ ਜਗ੍ਹਾ ਤੇ ਐਕਚੁਅਲੀ ਅਨਕੁਆਲੀਫਾਈਡ ਬੰਦੇ ਹੀ ਹੈਗੇ ਆ, ਪਿੰਡਾਂ ਪੁੰਡਾਂ 'ਚ ਕੁਆਲੀਫਾਈਡ ਡਾਕਟਰ ਹੀ ਹੈ ਨਹੀਂ ਜੀ। ਤਾਂ ਉਹ ਵਿਚਾਰੇ 3-4 ਬਿਮਾਰੀਆਂ ਸਿੱਖ ਕੇ ਆਉਂਦੇ ਆ, ਉਹ ਚ ਸਭ ਨੂੰ ਫਿੱਟ ਕਰਦੇ ਰਹਿੰਦੇ ਆ ਔਰ ਉਹੀ ਗੋਲੀਆਂ ਪਾ ਕੇ ਸਾਰਿਆਂ ਨੂੰ ਲਿਫਾਫੇ 'ਚ। ਉਹ 4 ਜਿਹੜੀਆਂ ਉਹਨਾਂ ਦੀਆਂ ਕਾਮਨ ਬਿਮਾਰੀਆਂ ਨੇ, ਇੱਕ ਯੂਰਿਕ ਐਸਿਡ ਹੈ, ਇੱਕ ਸਰਵਾਈਕਲ ਹੈ, ਇੱਕ ਟਾਈਫਾਇਡ ਹੈ ਤੇ ਇੱਕ ਕੈਸਟਰੋਲ ਹੈ। ਉਹ ਹੁਣ ਮਤਲਬ ਔਰ ਜੇ ਅਗਰ ਮੈਡੀਸਨ ਅਸੀਂ ਗੱਲ ਕਰੀਏ ਬਿਮਾਰੀਆਂ ਦੀ ਤਾਂ ਬਿਮਾਰੀਆਂ ਤਾਂ 2-4 ਹਜ਼ਾਰ 5,000 ਹੈ। ਅਗਰ 5,000 ਬਿਮਾਰੀਆਂ ਨੂੰ ਤੁਸੀਂ 5 ਡਾਇਗਨੋਸਿਸ ਫਿੱਟ ਕਰੋਗੇ ਤਾਂ ਫਿਰ ਅੱਗੇ ਟ੍ਰੀਟਮੈਂਟ ਕੀ ਹੋਊਗੀ ਖੁਦ ਹੀ ਦੇਖ ਲਓ। ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਖਿਜ ਆਉਂਦੀ ਹੈ, ਇਹ ਸਰਵਾਈਕਲ ਵਾਲੇ ਪਰਸਨ ਨਾਲ ਹੁੰਦੀ ਨਹੀਂ ਜੀ? ਖਿਜ ਜੇ ਤੁਹਾਨੂੰ ਖਿਜ ਆਉਂਦੀ ਹੈ ਤੁਹਾਡੀ ਸਲੀਪ ਡਿਸਟਰਬੈਂਸ ਹੈ, ਬ੍ਰੇਨ ਦੀ ਤਰਫ ਜਾਂਦੀ ਹੈ। ਗਰਦਨ ਦਾ ਵਿਚਾਰੀ ਦਾ ਛੋਟੀ ਜਿਹੀ ਗਰਦਨ ਹੈ, ਉਹਨੂੰ ਬਹੁਤ ਤੰਗ ਕੀਤਾ ਸਾਰੇ ਡਾਕਟਰਾਂ ਨੇ ਮਿਲ ਕੇ। ਉਹਦਾ ਕੰਮ ਸਿਰਫ ਸਿਰ ਨੂੰ ਤੇ ਛਾਤੀ ਨੂੰ ਜੋੜਨਾ ਹੈ। ਸੋਚਣ ਸਮਝਣ ਗੁੱਸੇ ਗਿੱਲੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ। ਅਗਰ ਕੋਈ ਮੂਡ 'ਚ ਕੋਈ ਪ੍ਰੋਬਲਮ ਆ ਰਹੀ ਹੈ, ਕੋਈ ਤੁਹਾਡੇ ਬਿਹੇਵੀਅਰ 'ਚ ਪ੍ਰੋਬਲਮ ਆ ਰਹੀ ਹੈ, ਕੋਈ ਤੁਹਾਡੇ ਸਲੀਪ 'ਚ ਪ੍ਰੋਬਲਮ ਆ ਰਹੀ ਹੈ, ਇਹਦਾ ਸਿੱਧਾ ਹਿਸਾਬ ਹੈ ਕਿ ਬ੍ਰੇਨ ਨਾਲ ਰਿਲੇਟਡ ਹੈ। ਗਰਦਨ ਦੇ ਵਿੱਚ ਕੁਝ ਵੀ ਐਸਾ ਨਹੀਂ ਹੈਗਾ। ਆਮ ਤੌਰ ਤੇ ਕਹਿ ਦਿੰਦੇ ਨੇ ਡਾਕਟਰ ਤੈਨੂੰ ਸਰਵਾਈਕਲ ਆ ਤਾਂ ਤੂੰ ਥੱਕੀ ਰਹਿੰਦੀ ਹੈ। ਓਕੇ, ਠੀਕ ਹੈ। ਤਾਂ ਇਹ ਫਿਰ ਅਗੇਨ ਮਿਸ ਡਾਇਗਨੋਸਿਸ ਹੈ। ਤੁਸੀਂ ਬਹੁਤ ਸਾਫ਼ ਸਪਸ਼ਟ ਕਲੀਅਰ ਕਰਤੀਆਂ ਗੱਲਾਂ, ਜਿਹੜੀਆਂ ਨਹੀਂ ਹੈਗੀਆਂ, ਜਿਹੜੀਆਂ ਹੈਗੀਆਂ। ਕੋਈ ਖਾਸ ਮੈਸੇਜ ਤੁਸੀਂ ਦੇਣਾ ਚਾਹੋ ਸਾਨੂੰ? ਮੈਸੇਜ ਤਾਂ ਇਹੀ ਹੈ ਵੀ ਜਦੋਂ ਵੀ ਪ੍ਰੋਬਲਮ ਹੁੰਦੀ ਹੈ ਪਹਿਲੇ ਨੰਬਰ ਤੇ ਤਾਂ ਹੋਈ ਹੈ ਵੀ ਹੈਲਦੀ ਲਾਈਫ ਸਟਾਈਲ ਫੋਲੋ ਕਰੋ ਤਾਂ ਕਿ ਤੁਹਾਨੂੰ ਪ੍ਰੋਬਲਮ ਹੀ ਨਾ ਹੋਵੇ ਜੀ। ਜੇ ਪ੍ਰੋਬਲਮ ਹੋ ਵੀ ਜਾਂਦੀ ਹੈ ਤਾਂ ਕੁਆਲੀਫਾਈਡ ਬੰਦੇ ਕੋਲੇ ਜਾਓ, ਉਹ ਤੋਂ ਆਪਣੀ ਪ੍ਰੋਪਰ ਡਾਇਗਨੋਸਿਸ ਕਰਾਓ। ਇਨਵੈਸਟੀਗੇਸ਼ਨ ਤੋਂ ਨਾ ਡਰੋ। ਇੱਕ ਹੋਰ ਬੜਾ ਜੋਕ ਹੀ ਹੈ, ਮੈਂ ਤੁਹਾਨੂੰ ਸੁਣਾਉਣਾ ਕਿ ਬਾਹਰਲੇ ਕੰਟਰੀਜ਼ ਨਾ ਅਗਰ ਕੋਈ ਬੰਦੇ ਦਾ ਟੈਸਟ ਨਾਰਮਲ ਆ ਜਾਏ ਤਾਂ ਉਹ ਕਹਿੰਦਾ ਓ ਗॉड ਯੂ ਸੇਵਡ ਮੀ, ਮਾਈ ਟੈਸਟ ਇਜ਼ ਨਾਰਮਲ। ਇੰਡੀਆ ਕਹਿੰਦਾ ਯਾਰ ਡਾਕਟਰ ਨੇ ਪੈਸੇ ਵੇਸਟ ਕਰਾਤੇ। तो एक्चुअली इन्वेस्टिगेशन से ना डरो, प्रॉपर अपने इन्वेस्टिगेशन करो। जिन्नी इन्वेस्टिगेशन ज़्यादा होएगी उन्नी दवाई घट होएगी।
ਤੇ ਜਿੰਨੀ ਇਨਵੈਸਟੀਗੇਸ਼ਨ ਘੱਟ ਹੋਏਗੀ ਉਨੀ ਦਵਾਈ ਜ਼ਿਆਦਾ ਹੋਏਗੀ। ਤਾਂ ਪ੍ਰੋਪਰਲੀ ਆਪਣੇ ਆਪ ਨੂੰ ਇਨਵੈਸਟੀਗੇਟ ਕਰੋ, ਇੱਕ ਪ੍ਰੋਪਰ ਡਾਇਗਨੋਸਿਸ ਤੇ ਪਿਨ ਪੁਆਇੰਟ ਕਰੋ, ਫਿਰ ਉਹਨੂੰ ਟ੍ਰੀਟ ਕਰੋ। ਬਿਲਕੁਲ, ਥੈਂਕ ਯੂ ਸੋ ਮਚ ਡਾਕਟਰ ਸਾਹਿਬ, ਤੁਸੀਂ ਪ੍ਰੋਗਰਾਮ 'ਚ ਆਏ। ਹਾਂਜੀ, ਥੈਂਕ ਯੂ। ਡਾਕਟਰ ਬਿਕਰਮਜੀਤ ਸਿੰਘ ਹੁਣਾਂ ਨਾਲ ਕੀਤੀ ਆਪਾਂ ਗੱਲਬਾਤ। ਗੱਲ ਤਾਂ ਸਹੀ ਹੈ, ਆਮ ਤੌਰ ਤੇ ਆਪਾਂ ਨੂੰ ਗਲੀ ਮੁਹੱਲੇ, ਆਪਣਾ ਥੋੜਾ ਪੰਜਾਬੀਆਂ ਦਾ ਸੁਭਾਅ ਵੀ ਇਦਾਂ ਦਾ, ਕਹਿ ਦੇਈਦਾ ਨਾ ਭਰਾਵਾ ਡਾਕਟਰਾਂ ਨੇ ਟੈਸਟ ਦੇ ਚੱਕਰਾਂ 'ਚ ਪਾ ਦੇਣਾ, ਪਰ ਜੇ ਟੈਸਟ ਨਹੀਂ ਹੋਣਗੇ ਤੁਹਾਡੀ ਬਿਮਾਰੀ ਨਹੀਂ ਫੜੀ ਜਾਏਗੀ, ਜੇ ਤੁਹਾਡੀ ਬਿਮਾਰੀ ਨਹੀਂ ਫੜੀ ਜਾਏਗੀ ਤੁਹਾਡਾ ਇਲਾਜ ਨਹੀਂ ਹੋਏਗਾ। ਸੋ ਸਟੇ ਹੈਲਦੀ ਆਪਾਂ ਅਕਸਰ ਕਹਿੰਦੇ ਆ ਨਾ, ਤੇ ਲਿਵ ਹੈਪੀ ਹੈਲਦੀ, ਸਾਰਾ ਕੁਝ ਹੈਪੀ ਹੋਵੇ, ਹੈਲਦੀ ਹੋਵੇ, ਇਹੀ ਕਾਮਨਾ ਕਰਦੇ ਹਾਂ। ਦ ਡਾਕਟਰ ਸ਼ੋਅ ਦੇ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਪੰਜਾਬ ਮੇਲ USA TV ਸਾਡਾ YouTube ਚੈਨਲ ਵੀ ਹੈ, ਉਸ ਨੂੰ ਸਬਸਕ੍ਰਾਈਬ ਕਰ ਦੇਣਾ। ਸਤਿ ਸ਼੍ਰੀ ਅਕਾਲ।